सो आज्ञाकारी तुमरी गत तुम ही जानी। नानक दास सदा कुर्बानी देनहार प्रभ छोड़ के लागे आन सुहाए। नानक कहूँ न सिजई बिन नावे पत जाए। सो कहो टल गुर सेविय ऐनस सहज सुभाए। दर्शन परसिय गुरु के जन्म मरण दुख जाए। सिफत खसमधि नोय अरसों कुरसों चटी है। तुद डिठे सचे पातशाह माल जन्म जन्म दी कटी है। सचे पातशाह माल जन्म जन्म दी कटी है। सतनाम श्री वाहिगुरु साहिब जीओ। श्लोक महला तीजा। सेखा चौ चक्या चौ आया। एहो मन एकत घर आना। एहड़ तेहड़ छड़ तो गुर का शब्द पछाण। सतगुरु अगे टह पो सब किस जान जान। आसा मनसा जलाए तो होए रहो मेहमान। सतगुर के पाने पी चला ता दरगाह पावे मान। नानक जे नाम ना चेतनी तिन तिग पैनन तिग खान। सेखा चौ चक्या चौ आया। एहो माने कत घर आन। वाहिगुरु जी का खालसा वाहिगुरु जी की फतेह। जुगो जुग अटल गुरु ग्रंथ साहिब पातशाह जियां दी पावन पवित्र हजूरी अंदर अमृत वेले तो सोहने सुंदर दीवान सजे हुए ने। इन्हां दीवानां दे अंदर आप संगतां ने बैठ के सतगुरां दी इलाही अगमी बाणी दे कीर्तन दियां दातां सरवण करके मिलिया होया मनुखा जन्म, मिले हुए ये सवास, मिलिया होया ये अमृत वेला आप संगतां ने सफला बनाया। सतगुरु कृपा कर रहे आप संगतां वड्डियां भागां वाले, वड्डियां भागां नूं प्राप्त हो रहे हो। इस वेले आपां सतगुरां दी लड़ीवार जो गुरबाणी दी कथा है, शब्द दर शब्द इस बाणी दी विचार नूं सरवण करते आ रहे हाँ। सो आओ कुछ समय लिए अपने मन के ध्यान नूं टकाइए बड़ी भावना दे नाल। ये जो सतगुरां दे अगमी बचन हैं इन्हां नूं सरवण करके लाहा प्राप्त करिए। मिल करके आखिए सतनाम श्री वाहिगुरु साहिब जी। सतनाम श्री वाहिगुरु साहिब जीओ। श्लोक महला तीजा। तीसरे पातशाह साहिब गुरु अमरदास महाराज साहब जी ये जो पावन पवित्र उपदेश है ये उसकी आपां नूं बख्शिश कर रहे हैं। जिस वेले सतगुरु गोइंदवाल की धरती ते रह रहे ने ते महाराज जी दे लंगरां वास्ते जो जल चाहिदा है, संगत दे वरतन वास्ते, जल छकन वास्ते, लंगर प्रशादा तैयार करन वास्ते जल चाहिदा।
ਮਹਾਰਾਜ ਜੀਆਂ ਨੇ ਕੁਝ ਸਿੱਖਾਂ ਦੀ ਡਿਊਟੀ ਲਾਈ ਕਿ ਘੜੇ ਭਰ ਕੇ, ਮਿੱਟੀ ਦੇ ਜਿਹੜੇ ਘੜੇ ਨੇ ਭਰ ਕੇ ਪਾਣੀ ਦੇ ਬਿਆਸ ਦਰਿਆ ਵਿੱਚੋਂ ਲੈ ਕੇ ਆਉਣੇ ਅਤੇ ਲੰਗਰ ਵਿੱਚ ਉਹ ਪਾਣੀ ਪਹੁੰਚਦਾ ਕਰਨਾ ਹੈ। ਮਹਾਰਾਜ ਜੀਆਂ ਦਾ ਹੁਕਮ ਮੰਨ ਕੇ ਕੁਝ ਗੁਰਸਿੱਖ ਜਿਹੜੇ ਨੇ ਉਹ ਪਾਣੀ ਦੇ ਘੜੇ ਬਿਆਸ ਦਰਿਆ ਵਿੱਚੋਂ ਭਰ ਕੇ ਲੈ ਕੇ ਆਉਂਦੇ। ਜਦੋਂ ਨਗਰ ਦੇ ਨੇੜੇ ਆ ਜਾਂਦੇ, ਗੋਇੰਦਵਾਲ ਦੇ ਨੇੜੇ ਆ ਜਾਂਦੇ, ਇੱਥੇ ਕੁਝ ਸਿੱਖਾਂ ਦੇ, ਕੁਝ ਮਰਵਾਹਿਆਂ ਦੇ ਬੱਚੇ ਜਿਹੜੇ ਸਨ, ਸ਼ਰਾਰਤ ਕਰਨ ਦੇ ਨਾਲ ਇਹਨਾਂ ਨੇ ਗੁਲੇਲ ਚਲਾ ਕੇ, ਗੁਲੇਲ ਦਾ ਗੁਲੇਲਾ ਮਾਰ ਕੇ ਘੜਾ ਭੰਨ ਦੇਣਾ। ਜਦੋਂ ਘੜਾ ਟੁੱਟ ਜਾਣਾ, ਪਾਣੀ ਸਿੱਖ ਦੇ ਉੱਪਰ ਡੁੱਲ ਜਾਣਾ, ਇਹਨਾਂ ਨੇ ਤਾੜੀਆਂ ਮਾਰ ਕੇ ਹੱਸਣਾ, ਛਾਲਾਂ ਮਾਰਨੀਆਂ, ਕਿਲਕਾਰੀਆਂ ਮਾਰਨੀਆਂ, ਮਜ਼ਾਕ ਉਡਾਉਣਾ ਔਰ ਨਾਲੇ ਇਸ ਤਰ੍ਹਾਂ ਤੰਗ ਵੀ ਕਰਨਾ। ਭਾਵੇਂ ਕਿ ਇਹ ਗੋਇੰਦਵਾਲ ਨਗਰ ਸਾਹਿਬ ਗੁਰੂ ਅਮਰਦਾਸ ਮਹਾਰਾਜ ਜੀ ਨੇ ਵਸਾਇਆ ਹੈ। ਗੋਇੰਦਾ ਨਾਮ ਦਾ ਖੱਤਰੀ ਜਿਸ ਨੇ ਚਰਨਾਂ ਵਿੱਚ ਬੇਨਤੀ ਕੀਤੀ, ਮਹਾਰਾਜ ਕਿਰਪਾ ਕਰੋ। ਸਤਿਗੁਰਾਂ ਨੇ ਨਗਰ ਵਸਾਇਆ, ਆਪ ਹੀ ਇੱਥੇ ਮਹਾਰਾਜ ਨੇ ਚਰਨ ਪਾਏ, ਪਰ ਕੁਝ ਲੋਕ ਜਿਹੜੇ ਨੇ ਗੁਰੂ ਦੀ ਮਹਿਮਾ ਤੋਂ ਅਣਜਾਣ, ਇਲਤ ਕਰਨਾ ਉਹਨਾਂ ਦਾ ਸੁਭਾਅ ਬਣਿਆ ਹੋਇਆ, ਮਸ਼ਕਰੀ ਕਰਨਾ ਸੁਭਾਅ ਬਣਿਆ ਹੋਇਆ ਹੈ। ਸੋ ਐਸੇ ਜਿਹੜੇ ਲੋਕ ਨੇ ਗੁਲੇਲਾ ਚਲਾ ਕੇ ਘੜਾ ਤੋੜ ਦਿੰਦੇ ਅਤੇ ਬਾਅਦ ਵਿੱਚ ਬੜੇ ਖੁਸ਼ ਹੁੰਦੇ, ਔਰ ਇਹਨਾਂ ਦੇ ਮਾਂ-ਬਾਪ ਵੀ ਇਹਨਾਂ ਨੂੰ ਨਾ ਰੋਕਦੇ, ਸਗੋਂ ਹੋਰ ਉਤਸ਼ਾਹ ਦਿੰਦੇ ਕਿ ਹਾਂ ਠੀਕ ਤੁਸੀਂ ਕਰਮ ਕਰਦੇ ਪਏ। ਜਦੋਂ ਇਸ ਤਰ੍ਹਾਂ ਸਿੱਖਾਂ ਦੇ ਘੜੇ ਤੋੜ ਦਿੱਤੇ, ਮਹਾਰਾਜ ਜੀ ਨੂੰ ਦੱਸਿਆ, ਪਾਤਸ਼ਾਹ ਜੀ ਇਸ ਤਰ੍ਹਾਂ ਬਾਹਰ ਕੁਝ ਲੜਕੇ ਨੌਜਵਾਨ ਸ਼ਰਾਰਤ ਕਰਦੇ, ਗੁਲੇਲ ਦੇ ਗੁਲੇਲੇ ਚਲਾ ਕੇ ਉਹ ਘੜੇ ਤੋੜ ਦਿੰਦੇ ਅਤੇ ਐਸੀ ਜੋ ਹੈ ਉਹ ਖੇਡ ਕਰਦੇ ਨੇ, ਇਸ ਤਰ੍ਹਾਂ ਦੀ ਉਹ ਰੁਕਾਵਟ ਪਾਉਂਦੇ ਨੇ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਬੜੇ ਸ਼ਾਂਤ ਸੁਭਾਅ ਨੇ, ਕਹਿਣ ਲੱਗੇ ਭਾਈ ਜੇ ਘੜਾ ਤੋੜ ਦਿੰਦੇ ਤੁਸੀਂ ਮਸ਼ਕਾਂ ਲੈ ਲਵੋ, ਪਾਣੀ ਦੀ ਮਸ਼ਕ ਭਰ ਕੇ ਲੈ ਆਇਓ। ਜੇ ਕੋਈ ਮਸ਼ਕ ਨੂੰ ਗੁਲੇਲਾ ਮਾਰੇਗਾ ਤੇ ਉਹਦੇ ਨਾਲ ਮਸ਼ਕ ਨਹੀਂ ਟੁੱਟੇਗੀ ਤੇ ਆਪਣਾ ਕੰਮ ਬਣਿਆ ਰਹੇਗਾ। ਸਿੱਖਾਂ ਨੇ ਮੰਨਿਆ ਬਚਨ ਤੇ ਮਸ਼ਕਾਂ ਲੈ ਲਈਆਂ, ਪਾਣੀ ਦੀ ਮਸ਼ਕ ਭਰ ਲੈਣੀ ਬਿਆਸ ਦਰਿਆ ਵਿੱਚੋਂ ਤੇ ਫਿਰ ਲੰਗਰਾਂ ਤੱਕ ਪਹੁੰਚਾ ਦੇਣੀ। ਜਦੋਂ ਇਹਨਾਂ ਨੌਜਵਾਨ ਲੜਕਿਆਂ ਨੇ ਵੇਖਿਆ ਵੀ ਘੜੇ ਨਹੀਂ ਹੁਣ ਮਸ਼ਕਾਂ ਆ ਗਈਆਂ, ਇਹਨਾਂ ਨੇ ਵੀ ਗੁਲੇਲੇ ਛੱਡ ਕੇ ਤੀਰ ਕਮਾਨ ਲੈ ਆਂਦੇ। ਜਦੋਂ ਸਿੱਖਾਂ ਨੇ ਭਰ ਕੇ ਮਸ਼ਕ ਲੈ ਕੇ ਆਉਣੀ ਤੇ ਇਹਨਾਂ ਨੇ ਤੀਰ ਮਾਰ ਕੇ ਮਸ਼ਕ ਪਾੜ ਦੇਣੀ ਤੇ ਉਹਦਾ ਪਾਣੀ ਵੀ ਇਸੇ ਤਰ੍ਹਾਂ ਰਸਤੇ ਵਿੱਚ ਡੁੱਲ ਜਾਣਾ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਨੂੰ ਫਿਰ ਆ ਕੇ ਦੱਸਿਆ, ਕਹਿਣ ਲੱਗੇ ਮਹਾਰਾਜ ਹੁਣ ਉਹਨਾਂ ਨੇ ਤੀਰ ਕਮਾਨ ਲੈ ਆਂਦੇ, ਤੀਰ ਮਾਰ ਕੇ ਮਸ਼ਕ ਪਾੜ ਦਿੰਦੇ। ਸਤਿਗੁਰਾਂ ਨੇ ਵਿਚਾਰਿਆ ਕਿ ਇਹ ਲੋਕ ਜਿਹੜੇ ਮੁੱਢੋਂ ਭੁੱਲੇ ਹੋਏ ਨੇ, ਇਹਨਾਂ ਨੂੰ ਖੌਫ ਡਰ ਨਹੀਂ ਹੈ ਪਰਮਾਤਮਾ ਦਾ, ਗੁਰੂ ਦਾ। ਐਸੀ ਗੱਲ ਨੂੰ ਵਿਚਾਰ ਕੇ ਪਾਤਸ਼ਾਹ ਕਹਿਣ ਲੱਗੇ ਤੁਸੀਂ ਇਸ ਤਰ੍ਹਾਂ ਕਰੋ, ਮਸ਼ਕਾਂ ਛੱਡ ਦਿਓ ਅਤੇ ਗਾਗਰਾਂ ਲੈ ਲਵੋ, ਪਿੱਤਲ ਦੀਆਂ ਗਾਗਰਾਂ, ਇਹਦੇ ਵਿੱਚ ਪਾਣੀ ਭਰ ਕੇ ਲੈ ਆਇਆ ਕਰੋ, ਇਹਨਾਂ ਗਾਗਰਾਂ ਦੇ ਨਾਲ ਪਾਣੀ ਢੋਲਿਆ ਕਰੋ। ਕਹਿਣ ਲੱਗੇ ਸਿੱਖ ਮਹਾਰਾਜ ਠੀਕ ਹੈ, ਆਪ ਜੀ ਦਾ ਹੁਕਮ ਅਸੀਂ ਮੰਨਦੇ ਹਾਂ। ਮਸ਼ਕਾਂ ਛੱਡ ਦਿੱਤੀਆਂ, ਗੁਰਮੁਖੋ ਗਾਗਰਾਂ ਲੈ ਲਈਆਂ। ਹੁਣ ਗਾਗਰਾਂ ਵਿੱਚ ਜਦੋਂ ਪਾਣੀ ਭਰ ਕੇ ਲੈ ਕੇ ਆਉਂਦੇ ਤੇ ਇਹ ਜਿਹੜੇ ਸਿੱਖਾਂ ਦੇ ਬੱਚੇ, ਮਰਵਾਹਿਆਂ ਦੇ ਬੱਚੇ ਸਨ, ਇਹਨਾਂ ਨੇ ਪੱਕੇ ਪੱਥਰ ਮਾਰ ਕੇ ਉਹ ਗਾਗਰਾਂ ਭੰਨ ਦੇਣੀਆਂ, ਵਿੰਗੀਆਂ ਕਰ ਦੇਣੀਆਂ, ਜਾਂ ਉਹ ਪੱਥਰ ਕਿਸੇ ਸਿੱਖ ਨੂੰ ਮਾਰ ਦੇਣਾ ਜਿਹੜਾ ਪਾਣੀ ਲੈ ਕੇ ਆਉਂਦਾ। ਫਿਰ ਇਹਨਾਂ ਸਿੱਖਾਂ ਨੇ ਮਹਾਰਾਜ ਨੂੰ ਦੱਸਿਆ, ਮਹਾਰਾਜ ਇਹ ਤਾਂ ਟਲਦੇ ਹੀ ਨਹੀਂ, ਦਿਨੋਂ ਦਿਨ ਵੱਧਦੇ ਜਾਂਦੇ, ਕਦੇ ਗਾਗਰ 'ਤੇ ਪੱਥਰ ਮਾਰਦੇ, ਕਦੇ ਸਾਡੇ ਮਾਰ ਦਿੰਦੇ। ਧੰਨ ਗੁਰੂ ਅਮਰਦਾਸ ਮਹਾਰਾਜ ਸੁਣ ਕੇ ਬਚਨ, ਪਾਤਸ਼ਾਹ ਜੀ ਇੱਕ ਵੇਲੇ ਬਾਹਰ ਜਾ ਰਹੇ ਸਨ ਕੋਈ ਸਿੱਖਾਂ ਦੇ ਨਾਲ, ਤੇ ਕਹਿਣ ਲੱਗੇ ਬਾਹਰ ਇਹਨਾਂ ਸਿੱਖਾਂ ਦਾ ਮੁਖੀ ਬੈਠਾ ਹੋਇਆ, ਜਿਹੜਾ ਮੁਖੀਆ ਸੀ ਨਾ ਸਾਰੇ ਸਿੱਖ ਪਰਿਵਾਰ ਦਾ, ਜਿੰਨੇ ਸਿੱਖ ਪਰਿਵਾਰ ਰਹਿੰਦੇ, ਇਹਨਾਂ ਦਾ ਮੁਖੀਆ ਮੋਹਰੀ ਬੰਦਾ ਜਿਹੜਾ ਬੈਠਾ ਹੋਇਆ ਬਾਹਰ। ਤੇ ਸਤਿਗੁਰੂ ਪਾਤਸ਼ਾਹ ਜਾਂਦੇ ਜਾਂਦੇ ਫਿਰ ਉਸ ਨੂੰ ਕਹਿਣ ਲੱਗੇ, ਜਿਹੜੇ ਜਿਹੜੇ ਬਚਨ ਮਹਾਰਾਜ ਜੀਆਂ ਨੇ ਕਹੇ ਉਹ ਸਤਿਗੁਰੂ ਜੀ ਇੱਥੇ ਗੁਰਬਾਣੀ ਵਿੱਚ ਸਾਨੂੰ ਬਖਸ਼ਿਸ਼ ਕਰ ਰਹੇ ਨੇ। ਇਹ ਸ਼ਲੋਕ ਮਹਾਰਾਜ ਜੀਆਂ ਨੇ ਫਿਰ ਬਖਸ਼ਿਸ਼ ਕੀਤਾ ਹੈ। ਸਿੱਖਾਂ ਚੌ ਚੱਕਿਆ ਚੌ ਆਇਆ, ਇਹੋ ਮਨ ਇਕੱਤ ਘਰ ਆਣ। ਪਾਤਸ਼ਾਹ ਕਹਿਣ ਲੱਗੇ ਉਹ ਸਿੱਖਾ, ਐ ਸਿੱਖ ਸਾਡੇ ਬਚਨ ਧਿਆਨ ਦੇ ਨਾਲ ਸੁਣ। ਇਹ ਨਹੀਂ ਹੈ ਕਿ ਤੈਨੂੰ ਪਤਾ ਨਹੀਂ ਹੈ, ਤੇ ਜਾਂ ਇਹ ਨਹੀਂ ਵੀ ਸਾਨੂੰ ਨਹੀਂ ਪਤਾ ਵੀ ਤੁਸੀਂ ਕੀ ਕਰਦੇ ਹੋ। ਸਾਡੇ ਸਿੱਖ ਸਾਨੂੰ ਸਭ ਕੁਝ ਦੱਸ ਦਿੰਦੇ, ਪਰ ਫਿਰ ਵੀ ਅਸੀਂ ਤੈਨੂੰ ਪਰਿਵਾਰ ਦਾ ਮੁਖੀ ਜਾਣ ਕੇ, ਮੋਹਰੀ ਜਾਣ ਕੇ ਤੈਨੂੰ ਦੱਸਦੇ ਪਏ ਹਾਂ। ਮਹਾਰਾਜ ਕਹਿਣ ਲੱਗੇ ਸਿੱਖਾ ਚੌ ਉਚੱਕਿਆ। ਮਹਾਰਾਜ ਨੇ ਸਿੱਧਾ ਹੀ ਉਸ ਨੂੰ ਆਖਿਆ, ਚਾ ਦਾ ਅਰਥ ਲੈ ਲੈਣਾ ਪੁਣਾ ਫਿਰ, ਤੇ ਉਚੱਕਿਆ ਤੋਂ ਭਾਵ ਠੱਗਾ। ਮਹਾਰਾਜ ਕਹਿਣ ਲੱਗੇ ਉਹ ਸਿੱਖਾ, ਉਹ ਠੱਗਾ
ਸਾਡੀ ਗੱਲ ਧਿਆਨ ਦੇ ਨਾਲ ਸੁਣ। ਬੜਾ ਮਹਾਰਾਜ ਕਰੜਾ ਬਚਨ ਇੱਥੇ ਸਤਿਗੁਰੂ ਕਰਦੇ ਪਏ, ਕਿਉਂਕਿ ਮਹਾਰਾਜ ਜੀਆਂ ਨੂੰ ਭੈ ਕਾਹੂ ਕੋ ਦੇਤ ਨਹਿ ਭੈ ਮਾਨ ਧਿਆਨ, ਨਾ ਡਰਦੇ ਨਾ ਡਰਾਉਂਦੇ ਪਾਤਸ਼ਾਹ ਜੀ। ਭਾਵੇਂ ਕਿ ਸਿੱਖ ਬੜਾ ਵੱਡਾ ਅਮੀਰ ਆਦਮੀ ਹੈ, ਇਲਾਕੇ ਵਿੱਚ ਬੜੀ ਪਹੁੰਚ ਹੈ, ਪਰ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਉਹ ਸਿੱਖਾ ਤੂੰ ਤੇ ਠੱਗ ਹੈ। ਉਹ ਚੱਕਿਆ ਤੋਂ ਭਾਵ ਠੱਗ, ਠੱਗੀ ਕਰਨ ਵਾਲਾ, ਧੋਖਾ ਕਰਨ ਵਾਲਾ, ਦਗਾ ਕਰਨ ਵਾਲਿਆ। ਇਹ ਸਾਡਾ ਬਚਨ ਸੁਣ। ਅੱਗੇ ਮਹਾਰਾਜ ਕਹਿਣ ਲੱਗੇ ਚੌਵਾਇਆ। ਚੌਵਾਇਆ ਤੋਂ ਭਾਵ ਹੁੰਦਾ ਚੁੱਕਿਆ ਚੁਕਾਇਆ, ਕਿਸੇ ਦੇ ਮਗਰ ਲਾ ਕੇ ਕੰਮ ਕਰਨ ਵਾਲਾ। ਸੋ ਤੂੰ ਮਰਵਾਹਿਆਂ ਦਾ ਚੁੱਕਿਆ ਹੋਇਆ, ਜਾਂ ਮਰਵਾਹਾਂ ਦੇ ਜਿਹੜੇ ਬੱਚੇ ਨੇ ਉਹਨਾਂ ਦਾ ਚੱਕਿਆ ਹੋਇਆ। ਸੋ ਤੂੰ ਇਹ ਕਰਮ ਕਰਦਾ ਹੈ। ਸੇਖਾ ਚੌ ਚੱਕਿਆ ਚੌਵਾਇਆ। ਤੇ ਮਹਾਰਾਜ ਕਹਿਣ ਲੱਗੇ ਇਸੇ ਤਰ੍ਹਾਂ ਇਹ ਕਰਮ ਜਿਹੜੇ ਕਰਦਾ ਪਿਆ ਇਹ ਕਰਮ ਗਲਤ ਨੇ। ਤੁਹਾਡੇ ਬੱਚੇ ਜਿਹੜੇ ਸਾਡੇ ਸਿੱਖਾਂ ਨੂੰ ਰੋੜਾ, ਕਦੇ ਤੀਰ, ਕਦੇ ਗੁਲੇਲਾ ਮਾਰਦੇ, ਇਹ ਬੜਾ ਭਾਰੀ ਪਾਪ ਦਾ ਕਰਮ ਤੁਸੀਂ ਕਰਦੇ ਹੋ। ਇਹਨਾਂ ਕਰਮਾਂ ਨੂੰ ਛੱਡ ਕੇ ਇਹੋ ਮਨ ਇਕਤ ਘਰ ਆਣ। ਇਹ ਜਿਹੜਾ ਮਨ ਤੁਹਾਡਾ ਭੜਕਦਾ ਪਿਆ ਨਾ ਸੰਸਾਰੀ ਧੰਦਿਆਂ ਵਿੱਚ, ਸ਼ਰਾਰਤਾਂ ਵਿੱਚ, ਇਹ ਸ਼ਰਾਰਤਾਂ ਧੰਦਿਆਂ ਨੂੰ ਪਰੇ ਕਰਕੇ ਇਸ ਮਨ ਨੂੰ ਇੱਕ ਗੁਰੂ ਦੀ ਸ਼ਰਨ ਵਿੱਚ ਲੈ ਕੇ ਆਓ। ਗੁਰੂ ਦਾ ਹੁਕਮ ਮੰਨੋ, ਗੁਰੂ ਦੇ ਕਹਿਣੇ ਵਿੱਚ ਰਹੋ, ਗੁਰੂ ਦਾ ਉਪਦੇਸ਼ ਮੰਨੋਗੇ, ਲੋਕ ਪਰਲੋਕ ਸਫਲਾ ਹੋ ਜਾਏਗਾ, ਭਲਾ ਹੋ ਜਾਏਗਾ। ਪਰ ਜੇ ਗੁਰੂ ਦੇ ਨਾਲ ਵੈਰ ਵਿਰੋਧ ਕਰੋਗੇ, ਈਰਖਾ ਕਰੋਗੇ, ਜਾਂ ਗੁਰੂ ਦੇ ਕਾਰਜਾਂ ਵਿੱਚ ਰੁਕਾਵਟਾਂ ਪਾਓਗੇ, ਲੋਕ ਪਰਲੋਕ ਦੋਨਾਂ ਵਿੱਚ ਢੋਈ ਨਹੀਂ ਮਿਲੇਗੀ। ਸੋ ਐਸੀ ਭਾਰੀ ਸਜ਼ਾ ਵੀ ਮਿਲਦੀ ਹੈ। ਮਹਾਰਾਜ ਕਹਿਣ ਲੱਗੇ ਇਹੋ ਮਨ ਇਕਤ ਘਰ ਆਣ। ਇਹ ਜਿਹੜਾ ਮਨ ਤੁਹਾਡਾ ਦੌੜਿਆ ਪਿਆ ਨਾ ਸ਼ਰਾਰਤਾਂ ਵੱਲ ਜਾਂ ਬਹੁਤੀ ਮਾਇਆ ਦੇ ਪਦਾਰਥਾਂ ਵੱਲ, ਉਧਰੋਂ ਰੋਕ ਕੇ ਇਸ ਮਨ ਨੂੰ ਇਕਤ ਘਰ। ਇਕਤ ਘਰ ਕੀ ਹੈ? ਗੁਰੂ ਦਾ ਇੱਕ ਘਰ ਹੈ, ਉਸ ਘਰ ਦੇ ਵਿੱਚ ਲਿਆ ਕੇ, ਗੁਰੂ ਦੇ ਉਪਦੇਸ਼ ਦੇ ਵਿੱਚ ਲਿਆ ਕੇ ਆਪਣੇ ਮਨ ਨੂੰ ਜੋੜੋ, ਉਪਦੇਸ਼ ਮੰਨੋ, ਤਾਂ ਭਲਾ ਹੋਣਾ ਹੈ। ਪਰ ਜੇ ਤੁਸੀਂ ਆਖੋ ਵੀ ਗੁਰੂ ਦੇ ਕਾਰਜ ਰੋਕ ਦੇਵਾਂਗੇ, ਕੰਮ ਰੋਕ ਦੇਵਾਂਗੇ, ਗੁਰੂ ਘਰ ਦੇ ਕੰਮ ਤੇ ਰੁਕਣੇ ਨਹੀਂ, ਪਰ ਤੁਹਾਡਾ ਉਹਦੇ ਵਿੱਚ ਵੱਡਾ ਭਾਰੀ ਨੁਕਸਾਨ ਹੋਵੇਗਾ। ਸੋ ਐਸਾ ਬਚਨ ਮਹਾਰਾਜ ਜੀਆਂ ਨੇ ਬਖਸ਼ਿਆ। ਇਹ ਸੋਠ ਦੀ ਵਾਰ ਦਾ ਮੁਖਵਾਕ ਹੈ। ਬਿਹਾਗੜੇ ਦੀ ਵਾਰ ਦੇ ਵਿੱਚ ਵੀ ਮਹਾਰਾਜ ਜੀਆਂ ਨੇ ਐਸਾ ਉਪਦੇਸ਼ ਦਾ ਸ਼ਬਦ ਜਿਹੜਾ ਸੀ ਉਹ ਕਹਿਣਾ ਕੀਤਾ। ਪਾਤਸ਼ਾਹ ਫਰਮਾਉਂਦੇ ਹਨ ਇਹੜ ਤੇਹੜ ਛੱਡ ਤੋਂ ਗੁਰ ਕਾ ਸ਼ਬਦ ਪਛਾਣ। ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ। ਇਹੜ ਤੇਹੜ ਤੋਂ ਭਾਵ ਹੈ ਇਹ ਜਿਹੜੀ ਅਕੜ ਫੱਕੜ ਹੈ ਤੁਹਾਡੇ ਮਨ ਦੇ ਵਿੱਚ ਵੀ ਅਸੀਂ ਬੜੇ ਆਕੜੇ ਹੋਏ ਹਾਂ, ਅਸੀਂ ਮਨ ਦੀ ਮਰਜ਼ੀ ਕਰਦੇ, ਦੂਜਿਆਂ ਦੇ ਚੁੱਕੇ ਹੋਏ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਇਸ ਅਕੜ ਫੱਕੜ ਨੂੰ ਛੱਡ ਦਿਓ ਭਾਈ। ਇਹ ਕਾਹਦੀ ਆਕੜ ਹੈ? ਇਹ ਆਕੜ ਤੇ ਚਾਰ ਕੁ ਦਿਨਾਂ ਦੀ ਖੁੰਬ ਦੀ ਵੀ ਹੁੰਦੀ ਹੈ, ਪਰ ਖੁੰਬ ਵੀ ਟੁੱਟ ਜਾਂਦੀ, ਖਤਮ ਹੋ ਜਾਂਦੀ ਹੈ। ਇਹ ਕਾਹਦਾ ਸਰੀਰ ਦਾ ਮਾਨ ਕਰਨਾ, ਕਾਹਦੀ ਆਕੜ ਕਰਨੀ, ਹੰਕਾਰ ਕਾਹਦਾ ਕਰਨਾ ਹੈ? ਇਹ ਸਰੀਰ ਦਾ ਤੇ ਕੋਈ ਪਤਾ ਨਹੀਂ ਕਹਾਂ ਬਸਾਸਾ ਇਸ ਭਾਂਡੇ ਕਾ ਇਤਨੋਂ ਕੋ ਲਾਗੈ ਠਣਕਾ। ਇਹ ਸਰੀਰ ਰੂਪੀ ਭਾਂਡੇ ਦਾ ਕੀ ਭਰੋਸਾ, ਕਿੱਥੇ ਇਸਨੇ ਸਾਥ ਛੱਡ ਦੇਣਾ। ਸਰੀਰ ਦੀ ਕਾਹਦੀ ਆਕੜ ਹੈ, ਧਨ ਦੀ ਕਾਹਦੀ ਆਕੜ ਹੈ, ਪਦਾਰਥਾਂ ਦੀ ਕੀ ਆਕੜ ਕਰਨੀ ਹੈ? ਇਹ ਤੇ ਝਟ ਨਾਸਵੰਤ ਛੱਡ ਕੇ ਚਲੇ ਜਾਣ ਵਾਲੇ। ਮਹਾਰਾਜ ਕਹਿਣ ਲੱਗੇ ਇਹ ਹੜ ਤੇ ਹੜ ਛੱਡ ਤੂੰ। ਇਹ ਜਿਹੜੀ ਅਕੜ ਫੱਕੜ ਹੈ ਨਾ, ਇਸ ਨੂੰ ਛੱਡ ਕੇ ਪਰੇ ਕਰ ਦੇ। ਗੁਰ ਕਾ ਸ਼ਬਦ ਪਛਾਣ, ਗੁਰੂ ਦੇ ਸ਼ਬਦ ਦੀ ਪਛਾਣ ਕਰ, ਗੁਰੂ ਦੇ ਸ਼ਬਦ ਨੂੰ ਬੁੱਝਣਾ ਕਰ, ਗੁਰੂ ਦੇ ਉਪਦੇਸ਼ ਨੂੰ ਬੁੱਝ। ਆਪ ਵੀ ਤੇਰਾ ਭਲਾ ਹੋਵੇਗਾ, ਤੇਰਾ ਕੁਲ ਜਾਤੀ ਦਾ ਵੀ ਭਲਾ ਹੋ ਜਾਏਗਾ। ਪਰ ਜੇ ਤੂੰ ਗੁਰੂ ਘਰ ਨਾਲ ਵੈਰ ਕਰੇਂਗਾ, ਤੇਰਾ ਵੀ ਨੁਕਸਾਨ ਹੋ ਜਾਣਾ ਤੇ ਤੇਰੀ ਕੁਲ ਜਾਤੀ ਦਾ ਵੀ ਨੁਕਸਾਨ ਹੋਣਾ। ਐਸੇ ਖਰੇ ਬਚਨ ਜਿਹੜੇ ਸਨ ਸਾਹਿਬ ਗੁਰੂ ਅਮਰਦਾਸ ਮਹਾਰਾਜ ਜੀਆਂ ਨੇ, ਉਹ ਜਿਹੜਾ ਸਿੱਖਾਂ ਦਾ ਮੁਖੀ ਬੈਠਾ ਹੋਇਆ ਪਿੰਡੋਂ ਬਾਰ-ਬਾਰ ਪਰੇ ਪੰਚਾਇਤ ਵਿੱਚ, ਸੱਥ ਵਿੱਚ, ਉਸ ਨੂੰ ਮਹਾਰਾਜ ਨੇ ਐਸੇ ਕਰੜੇ ਬਚਨ ਕਹਿ ਕੇ ਉਸ ਵੇਲੇ ਸੰਬੋਧਨ ਕੀਤਾ। ਫਿਰ ਮਹਾਰਾਜ ਜੀ ਇਹ ਜਿਹੜਾ ਸ਼ਬਦ ਹੈ ਸਾਨੂੰ ਸ਼ੁਰੂ ਤੋਂ ਬਖਸ਼ਿਸ਼ ਕਰਦੇ ਹਨ। ਸਿੱਖਾ ਚੌ ਚੱਕਿਆ ਚੌ ਆਇਆ। ਮਹਾਰਾਜ ਕਹਿਣ ਲੱਗੇ ਸਿੱਖਾ ਤੋਂ ਭਾਵ ਹੁੰਦਾ ਗੁਰਮੁਖਾ ਸਿੱਖਿਆ ਲੈਣ ਵਾਲਾ। ਜਿਵੇਂ ਆਪਾਂ ਕਹਿ ਦਿੰਦੇ ਹਾਂ ਸਿੱਖ, ਸਿੱਖ ਤੋਂ ਭਾਵ ਕੀ ਹੈ? ਸਿੱਖ ਤੋਂ ਭਾਵ ਹੈ ਸਿੱਖਣ ਵਾਲਾ, ਜਿਹੜਾ ਸਿੱਖਦਾ ਪਿਆ, ਸਿਖਿਆਰਥੀ। ਪਰ ਹੁਣ ਸਿੱਖ ਦੇ ਮਨ ਵਿੱਚ ਬਹੁਤੀ ਭਾਵਨਾ ਇਹ ਬਣ ਗਈ ਮੈਂ ਤੇ ਸਿੱਖ ਗਿਆ ਸਭ ਕੁਝ, ਮੈਂ ਤੇ ਦੁਨੀਆ ਨੂੰ ਸਿਖਾਉਣ ਵਾਸਤੇ ਆਇਆ। ਅਸੀਂ ਜਿੱਥੇ ਦੁਨੀਆਦਾਰੀ ਵਿੱਚ ਇਹ ਕਰਮ ਕਰਦੇ ਹਾਂ, ਉੱਥੇ ਗੁਰੂ ਘਰ ਆ ਕੇ ਵੀ ਇਹ ਆਪਣੀ ਚੌਧਰ ਜਾਂ ਆਪਣਾ ਮਾਣ ਹੰਕਾਰ ਰੁਤਬਾ ਨਹੀਂ ਛੱਡਦੇ ਵੀ ਮੈਨੂੰ ਸਾਰਾ ਪਤਾ ਹੈ, ਮੈਨੂੰ ਸਾਰਾ ਗਿਆਨ, ਮੈਂ ਤੇ ਸਿਖਾਉਣ ਆਇਆ, ਸਿੱਖਣ ਕੋਈ ਨਹੀਂ ਆਇਆ। ਅਸੀਂ ਗੁਰੂ ਘਰ ਆ ਕੇ, ਗੁਰੂ ਕੋਲ ਆ ਕੇ ਵੀ ਇਸ ਤਰ੍ਹਾਂ ਦਾ ਕਰਮ ਹੀ ਕਰਦੇ ਹਾਂ, ਮਾਣ ਹੰਕਾਰ ਦੇ ਵਿੱਚ ਵੀ ਮੈਂ ਤੇ ਸਿਖਾਉਣ ਆਇਆ, ਮੈਂ ਤੇ ਸਿੱਖਿਆ ਹੋਇਆ।
ਟੋਕਾ ਟਕਾਈ ਕਰਨ ਵਾਸਤੇ। ਮਹਾਰਾਜ ਕਹਿਣ ਲੱਗੇ ਸਿੱਖਾ ਨਾਮ ਗੁਰਮੁਖਾ ਸਿੱਖਿਆ ਲੈਣ ਵਾਲਾ, ਜਿਹੜਾ ਸਿੱਖਦਾ ਪਿਆ। ਤੇ ਸਿੱਖਦਾ ਉਹ ਹੈ ਜਿਹਦੇ ਮਨ ਵਿੱਚ ਇਹ ਭਾਵਨਾ ਬਣੀ ਹੈ ਕਿ ਮੇਰੇ ਵਿੱਚ ਇਹ ਅਧੂਰਾਪਣ ਹੈ, ਇਸ ਅਧੂਰੇ ਨੂੰ ਅਵਗੁਣ ਨੂੰ ਮੈਂ ਦੂਰ ਕਰਨਾ ਤੇ ਗੁਣ ਲੈਣਾ। ਸਿੱਖੇਗਾ ਉਹ। ਤੇ ਜਿਹਦੇ ਮਨ ਵਿੱਚ ਇਹ ਗੱਲ ਆ ਗਈ ਨਾ ਵੀ ਮੈਂ ਤੇ ਪਹਿਲਾਂ ਹੀ ਭਰਿਆ ਹੋਇਆ, ਤੇ ਭਰੇ ਹੋਏ ਦੇ ਵਿੱਚ ਫਿਰ ਵਸਤੂ ਨਹੀਂ ਪੈਂਦੀ। ਮਹਾਰਾਜ ਕਹਿਣ ਲੱਗੇ ਵਸਤੂ ਅੰਦਰ ਵਸਤ ਸਮਾਵੈ ਦੇ ਜੇ ਦੂਜੀ ਹੋਵੇ ਪਾਸ। ਜੇ ਭਾਂਡਾ ਪਹਿਲਾਂ ਹੀ ਦੁੱਧ ਦਾ ਭਰਿਆ ਨਾ, ਘੜਾ ਮੰਨ ਲਓ ਭਰਿਆ ਪਿਆ, ਚਾਟੀ ਭਰੀ ਪਈ ਹੈ, ਕਾੜਨੀ ਦੁੱਧ ਦੀ ਭਰੀ ਹੋਈ ਹੈ, ਤੇ ਭਰੀ ਹੋਈ ਕਾੜਨੀ ਵਿੱਚ ਬੰਦਾ ਆਖੇ ਵੀ 2 ਕਿਲੋ ਦੁੱਧ ਹੋਰ ਪਾ ਦਿਆਂ, ਤੇ ਉਹ ਦੁੱਧ ਡੁੱਲ ਜਾਏਗਾ ਪਰ ਉਹਦੇ ਵਿੱਚ ਪਵੇਗਾ ਨਹੀਂ, ਭਰੀ ਹੋਈ ਹੈ। ਕੀ ਕਰਨਾ ਪਵੇਗਾ? ਮਹਾਰਾਜ ਕਹਿਣ ਲੱਗੇ ਪਹਿਲਾਂ ਦੁੱਧ ਦੇ ਵਿੱਚੋਂ ਜਿਹੜਾ ਗਰਮ ਹੋ ਚੁੱਕਿਆ ਹੈ, ਮਲਾਈ ਆ ਚੁੱਕੀ, ਉਹ ਕੱਢਣਾ ਪਵੇਗਾ, ਅਤੇ ਫਿਰ ਖਾਲੀ ਹੋਈ ਚਾਟੀ ਵਿੱਚ ਕਾੜਨੀ ਦੇ ਵਿੱਚ ਉਹ ਜਿਹੜਾ ਦੁੱਧ ਆ ਦੁਬਾਰਾ ਪਾਉਣਾ ਪਵੇਗਾ, ਫਿਰ ਪਵੇਗਾ। ਇਸੇ ਤਰ੍ਹਾਂ ਪਾਤਸ਼ਾਹ ਕਹਿਣ ਲੱਗੇ ਜੇ ਤੂੰ ਪਹਿਲਾਂ ਹੀ ਇਹ ਸਮਝਦਾ ਪਿਆ ਵੀ ਮੈਂ ਤੇ ਪਹਿਲਾਂ ਹੀ ਗੁਣਾਂ ਦੇ ਨਾਲ ਬੜਾ ਭਰਪੂਰ ਹਾਂ, ਮੇਰੇ ਵਿੱਚ ਤੇ ਪਹਿਲਾਂ ਹੀ ਬੜੇ ਗੁਣ, ਮੈਂ ਤੇ ਗੁਣਾਂ ਦਾ ਭਰਿਆ ਹੋਇਆ, ਤੇ ਫਿਰ ਤੇਰੇ ਅੰਦਰ ਗੁਣ ਕਿੱਥੋਂ ਸਮਾਵੇਗਾ? ਗੁਣ ਆਉਣਾ ਹੀ ਨਹੀਂ। ਗੁਣ ਤਾਂ ਆਉਣਾ ਹੈ ਜੇ ਤੇਰੀ ਇਹ ਭਾਵਨਾ ਬਣੇ ਵੀ ਮੇਰੇ ਵਿੱਚ ਬੜੇ ਔਗਣ ਨੇ, ਮੈਂ ਔਗਣ ਯਾਰਾ, ਮੈਂ ਬੜਾ ਕੁਕਰਮੀ ਹਾਂ, ਮੇਰੇ ਵਿੱਚ ਇਹ ਘਾਟਾਂ ਨੇ, ਇਹ ਘਾਟਾਂ ਮੈਂ ਦੂਰ ਕਰਕੇ ਗੁਣ ਲੈਣੇ। ਇਹ ਭਾਵਨਾ ਲਿਆਏਗਾ ਤਾਂ ਸਿੱਖ ਸਕਦਾ। ਮਹਾਰਾਜ ਕਹਿਣ ਲੱਗੇ ਸਿੱਖਾ, ਸਿੱਖਾ ਤੋਂ ਭਾਵ ਹੈ ਸਿੱਖਿਆ ਲੈਣ ਵਾਲਾ ਬਣ, ਸਿੱਖਿਆ ਨੂੰ ਸਿਖਾਉਣ ਵਾਲਾ ਨਾ ਬਣ, ਸਿੱਖ ਬਣ ਜਾ, ਸਿੱਖਣ ਵਾਲਾ। ਤੇ ਪਾਤਸ਼ਾਹ ਕਹਿਣ ਲੱਗੇ ਚੌ ਚੱਕਿਆ, ਚੌ ਤੋਂ ਭਾਵ ਹੈ 4, ਤੇ ਚੱਕਿਆ ਤੋਂ ਭਾਵ 4 ਚੱਕ, 4 ਦਿਸ਼ਾਵਾਂ। ਪਾਤਸ਼ਾਹ ਕਹਿਣ ਲੱਗੇ ਉਹ ਸਿੱਖਿਆ ਲੈਣ ਵਾਲੇ ਗੁਰੂ ਕੇ ਸਿੱਖ, ਤੇਰਾ ਮਨ 4 ਦਿਸ਼ਾਵਾਂ ਦੇ ਵਿੱਚ ਦੌੜਦਾ ਪਿਆ, ਕਦੇ ਉੱਤਰ ਨੂੰ, ਕਦੇ ਦੱਖਣ ਨੂੰ, ਕਦੇ ਪੂਰਬ ਨੂੰ, ਕਦੇ ਪੱਛਮ ਨੂੰ, ਕਦੇ ਪਤਾਲ ਦੇ ਪਦਾਰਥਾਂ ਦੀ ਇੱਛਾ ਰੱਖਦਾ, ਕਦੇ ਸਵਰਗ ਦੀ ਮੁਕਤੀ ਦੀ ਇੱਛਾ ਰੱਖਦਾ। ਕਬਹੂ ਜਿੜਾ ਊਬ ਚੜ੍ਹਤ ਹੈ, ਕਬਹੂ ਜਾਏ ਪਿਆਲੇ, ਲੋਭੀ ਜਿੜਾ ਥਿਰ ਨਾ ਰਹਿਤ ਹੈ, ਚਾਰੇ ਕੁੰਡਾ ਪਾਲੇ। ਕਬਹੂ ਜਿਹੜਾ ਊਬ ਚੜ੍ਹਦਾ ਹੈ, ਊਬ ਆਕਾਸ਼ ਨੂੰ ਚੜ੍ਹ ਜਾਂਦਾ, ਸਵਰਗਾਂ ਨੂੰ ਚਲੇ ਜਾਂਦਾ, ਮੈਨੂੰ ਸਵਰਗਾਂ ਦੀ ਮੁਕਤੀ ਮਿਲੇ, ਸਵਰਗਾਂ ਦੀਆਂ ਪਛੜਾ ਮਿਲ ਜਾਣ, ਸਵਰਗਾਂ ਦੇ ਪਦਾਰਥ ਮਿਲ ਜਾਣ। ਕਬਹੂ ਜਾਏ ਪਿਆਲੇ, ਕਦੇ ਥੱਲੇ ਪਤਾਲ ਵਿੱਚ ਸਮੁੰਦਰਾਂ ਵਿੱਚੋਂ ਹੀਰੇ ਮੋਤੀ ਜਵਾਹਰਾਤ ਮਿਲ ਜਾਣ, ਐਸੀ ਇੱਛਾ ਰੱਖ ਲੈਂਦਾ। ਧਰਤੀ ਵਿੱਚੋਂ ਧਨ ਮਿਲ ਜਾਵੇ, ਇੱਛਾ ਰੱਖਦਾ ਹੈ। ਮਹਾਰਾਜ ਕਹਿਣ ਲੱਗੇ ਸਿੱਖਾ ਚੌ ਚੱਕਿਆ, ਐ ਸਿੱਖਣ ਵਾਲੇ ਗੁਰੂ ਕੇ ਸਿੱਖ, ਇਹ ਤੇਰਾ ਮਨ 4 ਦਿਸ਼ਾਵਾਂ ਦੇ ਵਿੱਚ, ਕਦੇ ਪਤਾਲ ਵਿੱਚ, ਕਦੇ ਸਵਰਗ ਦੇ ਵਿੱਚ ਦੌੜਦਾ ਪਿਆ, ਭਜਦਾ ਪਿਆ ਹੈ। ਚੌ ਵਾਇਆ, ਅਗਲਾ ਬਚਨ ਮਹਾਰਾਜ ਸਾਹਿਬ ਜੀ ਨੇ ਚੌਵਾਇਆ ਵਰਤ ਬਖਸ਼ਿਸ਼ ਕੀਤਾ ਹੈ। ਤੇ ਮਹਾਰਾਜ ਕਹਿਣ ਲੱਗੇ ਇਹ ਮਨ ਇਕਤ ਘਰ ਆਨ, ਇਹ ਜਿਹੜਾ ਤੇਰਾ ਮਨ ਹੈ ਨਾ, ਇਹ 4 ਚੁਫੇਰੇ ਦੌੜਿਆ ਫਿਰਦਾ, ਲੋਕਾਂ ਦੇ ਮਗਰ ਲਾ ਕੇ, ਚੁੱਕਿਆ ਚੁਕਾਇਆ, ਇੱਧਰ ਉੱਧਰ ਨੂੰ ਭੱਜਾ ਫਿਰਦਾ। ਇਸ ਮਨ ਨੂੰ ਦੁਨੀਆ ਵੱਲੋਂ ਭਜਦੇ ਹੋਏ ਨੂੰ ਰੋਕ ਕੇ ਗੁਰੂ ਦੇ ਚਰਨਾਂ ਵਿੱਚ ਲੈ ਕੇ ਆ, ਤਾਂ ਤੇਰਾ ਭਲਾ ਹੋਣਾ। ਜਿਹੜਾ ਤੂੰ ਨਿਤਨੇਮ ਕਰਦਾ ਪਿਆ, ਬਾਣੀ ਪੜ੍ਹਦਾ ਪਿਆ, ਸਿਮਰਨ ਕਰਦਾ ਪਿਆ, ਇਹਦੇ ਵਿੱਚ ਆਪਣੇ ਮਨ ਨੂੰ ਲਾ ਲਾ। ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਸੁਲਤਾਨਪੁਰ ਦੀ ਧਰਤੀ 'ਤੇ ਇਹੋ ਹੀ ਉਪਦੇਸ਼ ਦਿੱਤਾ ਉਸ ਨਵਾਬ ਨੂੰ ਤੇ ਕਾਜੀ ਨੂੰ, ਮਨ ਤੁਹਾਡਾ ਮਸੀਤ ਵਿੱਚ ਨਹੀਂ, ਸਰੀਰ ਮਸੀਤ ਵਿੱਚ ਹੈ। ਜਿੰਨਾ ਚਿਰ ਮਨ ਨਹੀਂ ਟਿਕਾਉਂਦੇ ਨਮਾਜ਼ ਵਿੱਚ, ਰੱਬ ਦੀ ਬੰਦਗੀ ਵਿੱਚ, ਬਾਤ ਨਹੀਂ ਬਣੇਗੀ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਇਸੇ ਤਰ੍ਹਾਂ ਇਹ ਜਿਹੜਾ ਤੁਹਾਡਾ ਮਨ ਹੈ ਨਾ, ਇਹ ਚੁੱਕਿਆ ਚੁਕਾਇਆ ਦੁਨੀਆ ਮਗਰ ਲੱਗ ਕੇ ਦੌੜਿਆ ਫਿਰਦਾ, ਇਹੋ ਮਨ ਇਕਤ ਘਰ ਆਣ, ਇਸ ਮਨ ਨੂੰ ਇੱਕ ਘਰ ਵਿੱਚ, ਇੱਕ ਘਰ ਕੀ ਹੈ? ਗੁਰੂ ਦਾ ਘਰ, ਗੁਰੂ ਦਾ ਘਰ, ਗੁਰੂ ਦੇ ਘਰ ਲੈ ਕੇ ਆ। ਇਕਤ ਘਰ ਗੁਰੂ ਦੇ ਉਪਦੇਸ਼ ਵਿੱਚ ਲੈ ਕੇ ਆ, ਇੱਕੋ ਇੱਕ ਗੁਰੂ ਦਾ ਉਪਦੇਸ਼ ਮੰਨ, ਗੁਰੂ ਦੇ ਹੁਕਮ ਦੇ ਵਿੱਚ ਰਹਿ, ਤਾਂ ਤੇਰਾ ਭਲਾ ਹੋਣਾ। ਜਿੰਨਾ ਚਿਰ ਉਪਦੇਸ਼ ਦੀ ਕਮਾਈ ਨਹੀਂ ਕਰਦਾ ਹੈ। ਇਹੜ ਤੇੜ ਛੱਡ ਤੋਂ ਗੁਰ ਕਾ ਸ਼ਬਦ ਪਛਾਣ, ਤੋਂ ਭਾਵ ਹੈ ਦੇਹ ਅਧਿਆਸ ਕਰਨਾ। ਸੋ ਇਸ ਕਰਮ ਨੂੰ ਛੱਡ ਦੇ, ਦੇਹ ਅਧਿਆਸ ਵਿੱਚ ਲੱਗਾ ਹੋਇਆ। ਇਹ ਜਿਹੜੇ ਜੋਗੀਆਂ ਵਾਲੇ ਕਰਮ ਨੇ ਉਹਦੇ ਵਿੱਚ ਪਿਆ ਹੋਇਆ। ਕਦੇ ਕੋਈ ਨਾੜੀ ਸਾਧਨ ਦਾ ਯਤਨ ਕਰਦਾ ਹੈ, ਕਦੇ ਆਖਦਾ ਮੈਂ 10ਵੇਂ ਦੁਆਰ ਦੀ ਪ੍ਰਾਪਤੀ ਕਰਨੀ ਹੈ, ਕਦੇ ਆਖਦਾ ਮੈਂ ਸਿੱਧੀ ਦੀ ਪ੍ਰਾਪਤੀ ਕਰਨੀ ਹੈ। ਇਹ ਦੇਹ ਅਧਿਆਸ ਕਰਨਾ ਜਿਹੜਾ, ਇਸ ਨੂੰ ਛੱਡ। ਤੇ ਤੇਹੜ ਤੋਂ ਭਾਵ ਇਹ ਜਿਹੜੇ 3 ਗੁਣ ਨੇ, ਰਜੋਗੁਣੀ, ਤਮੋਗੁਣੀ, ਸਤੋਗੁਣੀ ਬਣ ਜਾਣਾ, ਐਸਾ ਸੁਭਾਅ ਬਣਾ ਲੈਣਾ। ਇਹਨਾਂ 3 ਗੁਣਾਂ ਦੀ ਪਹੁੰਚ ਰੱਖਣੀ, ਇੱਛਾ ਰੱਖਣੀ, ਇਸ ਨੂੰ ਵੀ ਛੱਡ ਦੇ। ਇਹ ਹੜ ਤੇ ਹੜ ਛੱਡ ਤੂੰ, ਦੇਹ ਅਧਿਆਸ ਨੂੰ ਛੱਡ। ਸੋ ਸੁਤ ਵਿੱਚ ਲੋਕ ਈਖਣਾ ਤੀਨੀ, ਵਿਦਵਾਨਾਂ ਨੇ ਲਿਖਿਆ ਹੈ ਇਹ ਵੀ 3 ਇਛਾਵਾਂ ਨੇ। ਸੁਤ ਨਾਮ ਪੁੱਤਰ ਦਾ, ਮੈਨੂੰ ਪੁੱਤਰ ਮਿਲੇ,
ਇਹ ਇੱਛਾ ਮਨ ਵਿੱਚ ਰੱਖੀ ਹੋਈ ਹੈ। ਵਿੱਤ ਨਾਮ ਗੁਰਮੁਖੋ ਧਨ ਦਾ ਹੈ, ਜਿਵੇਂ ਕਹਿ ਦਿੰਦੇ ਵਿੱਤ ਮੰਤਰੀ, ਖਜ਼ਾਨਾ ਮੰਤਰੀ, ਵਿੱਤ ਨਾਮ ਧਨ ਦਾ ਹੈ, ਮੈਨੂੰ ਧਨ ਮਿਲੇ, ਇਹ ਵੀ ਇੱਛਾ ਰੱਖੀ ਹੋਈ ਹੈ। ਸੁਤ ਵਿੱਚ ਲੋਕ ਈਖਣਾ ਤਿਨ, ਲੋਕ ਮੇਰੀ ਵਡਿਆਈ ਕਰਨ, ਲੋਕ ਮੇਰੀ ਸਿਫਤ ਕਰਨ, ਮੇਰਾ ਜਸ ਹੋਵੇ, ਮੇਰੀ ਜੈ ਜੈਕਾਰ ਹੋਵੇ। ਇਹ ਵੀ ਤਿੰਨ ਔਗਣ ਹੀ ਨੇ, ਇਹਨਾਂ ਨੂੰ ਪਰੇ ਕਰ ਦੇ। ਜੇ ਤੇਰੇ ਮਨ ਵਿੱਚ ਇਹ ਤਿੰਨ ਸਵਾਲ ਪੈਦਾ ਹੋ ਗਏ, ਤੂੰ ਇਹਨਾਂ ਦੇ ਪਿੱਛੇ ਹੀ ਦੌੜਿਆ ਫਿਰੇਂਗਾ, ਕੋਈ ਪੁੱਤਰ ਪਿੱਛੇ, ਕੋਈ ਧਨ ਪਿੱਛੇ, ਕੋਈ ਵਡਿਆਈ ਪਿੱਛੇ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਇਹ ਹੜ ਤੇ ਹੜ ਛੱਡ, ਤੂੰ ਇਹਨਾਂ ਗੱਲਾਂ ਨੂੰ ਛੱਡ ਦੇ, ਇਹਨਾਂ ਗੱਲਾਂ ਨਾਲ ਬਹੁਤਾ ਲਾਭ ਨਹੀਂ ਹੈ। ਤੇਰੇ ਸਾਹਮਣੇ ਵੇਖ 1 ਲੱਖ ਪੂਤ 1.25 ਲੱਖ ਨਾਤੀ। ਅਸੀਂ ਆਖਦੇ ਨਾ ਸਾਡਾ ਪੁੱਤਰ ਹੋਵੇਗਾ, ਸਾਡਾ ਨਿਸ਼ਾਨ ਰਹੇਗਾ, ਤਾਂ ਹੀ ਲੋਕ ਪੁੱਤਰਾਂ ਵਾਸਤੇ ਬੱਚਿਆਂ ਪਿੱਛੇ ਦੌੜਦੇ ਭੱਜਦੇ, ਪੁੱਤਰ ਹੋਵੇਗਾ ਨਿਸ਼ਾਨ ਰਹੇਗਾ। ਸੋ ਮਹਾਰਾਜ ਕਹਿਣ ਲੱਗੇ ਰਾਵਣ ਦਾ ਤੇ 1 ਲੱਖ ਪੁੱਤਰ ਹੈ, 1 ਲੱਖ ਪੂਤ 1.25 ਲੱਖ ਨਾਤੀ। ਪੁੱਤਰ ਤੇ ਇੱਕ ਹੀ ਹੋਵੇ ਤੇ ਮਾਨ ਨਹੀਂ ਹੁੰਦਾ। ਹੁਣ ਰਾਵਣ ਤੇ 1 ਲੱਖ ਪੁੱਤਰ ਪੈਦਾ ਕਰਕੇ ਪਤਾ ਨਹੀਂ ਕਿੰਨੇ ਵਿਆਹ ਕਰਾਏ, ਕਿੰਨੀਆਂ ਰਾਣੀਆਂ, ਗਿਣਤੀ ਕੋਈ ਨਹੀਂ ਹੈ। ਉਹਨਾਂ ਰਾਣੀਆਂ ਵਿੱਚੋਂ ਕਿੰਨੇ ਕਿੰਨੇ ਬੱਚੇ ਪੈਦਾ ਹੋਵੇ, ਗਿਣਤੀ ਕੋਈ ਨਹੀਂ। ਲੰਮੀ ਉਮਰਾਂ 10,000 ਸਾਲ ਦੀ ਉਮਰਾਂ ਉਹਨਾਂ ਸਮਿਆਂ ਵਿੱਚ ਲੋਕ ਭੋਗਦੇ। 1 ਲੱਖ ਪੁੱਤਰ ਹੈ। ਹੁਣ ਰਾਵਣ ਨੂੰ ਮਾਨ ਨਹੀਂ ਹੋਵੇਗਾ ਵੀ ਮੇਰੇ ਇੰਨੇ ਪੁੱਤਰ ਨੇ, ਤੇ ਫਿਰ ਉਹਨਾਂ ਪੁੱਤਰਾਂ ਦੇ ਅੱਗੇ ਗਾਂ ਪੋਤਰੇ ਬੱਚੇ ਹੋਏ 1.25 ਲੱਖ ਉਹਨਾਂ ਦੀ ਗਿਣਤੀ ਹੈ। 2-2.5 ਲੱਖ ਤੇ ਉਹ ਘਰ ਦੀ ਫੌਜ ਬਣਾ ਕੇ ਬੈਠਾ। ਮਾੜੇ ਦੇਸ਼ ਜਿੰਨੀ ਆਬਾਦੀ ਹੁੰਦੀ ਨਾ ਛੋਟੇ ਦੇਸ਼ ਦੀ, ਇੰਨੇ ਤੇ ਉਹਦੇ ਪੁੱਤਰ ਧੀਆਂ ਹੀ ਨੇ, ਇੰਨੇ ਤਾਂ ਉਹਦੀ ਆਪਣੀ ਫੈਮਿਲੀ ਪਰਿਵਾਰ ਹੀ ਹੈ। ਮਹਾਰਾਜ ਕਹਿਣ ਲੱਗੇ 1 ਲੱਖ ਪੂਤ 1.25 ਲੱਖ ਨਾਤੀ, ਤੇ ਰਾਵਣ ਘਰ ਦੀਆ ਨਾ ਬਾਤੀ। ਐਸਾ ਕੁਲ ਦਾ ਨਾਸ਼ ਹੋਇਆ ਕਿ ਮੁੜ ਕੇ ਕਿਸੇ ਵੱਡੇ ਦੀ ਬਰਸੀ ਮਨਾਉਣੀ, ਕਿਸੇ ਦਾ ਦੀਵਾ ਜਗਾਉਣਾ, ਕਿਸੇ ਦਾ ਦਿਨ ਦਿਹਾੜ, ਕੋਈ ਆਤਮਿਕ ਸ਼ਾਂਤੀ ਦੀ ਅਰਦਾਸ ਕਰਾਉਣੀ, ਰਹਿ ਹੀ ਕੋਈ ਨਹੀਂ ਗਿਆ। ਮਗਰ ਨਾ ਪੁੱਤਰ ਰਿਹਾ ਨਾ ਪੋਤਰਾ ਰਿਹਾ, ਸਾਰੇ ਦੇ ਸਾਰੇ ਮੁੱਕ ਗਏ। ਅਸੀਂ ਤੇ ਇੱਕ ਪਿੱਛੇ ਦੌੜਦੇ ਪਏ ਹਾਂ, ਇੱਕ ਹੋਵੇਗਾ ਤੇ ਨਿਸ਼ਾਨ ਰਹੇਗਾ, ਮੇਰਾ ਨਾਮ ਰਹੇਗਾ, ਮੇਰੀ ਜਾਇਦਾਦ ਦਾ ਉਹ ਮਾਲਕ ਬਣੇਗਾ। ਤੇ ਰਾਵਣ ਨੂੰ ਤੇ ਪ੍ਰਮਾਤਮਾ ਨੇ 1 ਲੱਖ ਦਿੱਤਾ, ਪੋਤਰਾ ਵੀ 1.25 ਲੱਖ ਦਿੱਤਾ, ਪਰ ਰਾਵਣ ਦੀ ਸੰਪਤੀ ਉਹਨਾਂ ਦੇ ਕਰਮਾਂ ਵਿੱਚ ਨਹੀਂ ਹੈ, ਨਹੀਂ ਸਾਂਭ ਸਕੇ, ਤੇ ਨਾ ਹੀ ਰਾਵਣ ਦੀ ਕੁੱਲ ਚੱਲ ਸਕੀ ਹੈਗੀ। ਇਹ ਤੇ ਰੱਬ ਦਾ ਹੁਕਮ ਹੈ, ਜੇ ਚਲਾਉਣੀ ਹੈ ਤੇ ਉਹ ਚਲਾ ਦੇਵੇਗਾ, ਇੱਕ ਤੋਂ ਵੀ ਬਰਕਤਾਂ ਪਾਵੇਗਾ। ਨਹੀਂ ਚਲਾਉਣੀ ਤੇ ਬਹੁਤੇ ਜਿੰਨੇ ਮਰਜ਼ੀ ਹੋਣ ਦੇ, ਉਹਦਾ ਹੁਕਮ ਨਹੀਂ ਹੈ ਨਾ, ਤੇ ਫਿਰ ਬਹੁਤਿਆਂ ਤੋਂ ਵੀ ਅੱਗੇ ਕੁੱਲ ਨਹੀਂ ਚੱਲਦੀ ਹੈ, ਨਾ ਹੀ ਉਹ ਧਨ ਸੰਪਤੀ ਦੇ ਮਾਲਕ ਬਣ ਸਕਦੇ। ਇਹ ਤੇ ਰੱਬ ਦੀ ਮੌਜ ਹੈ, ਅਕਾਲ ਪੁਰਖ ਦੀ ਮੌਜ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਭਾਈ ਇਹ ਜਿਹੜਾ ਬਚਨ ਹੈ ਨਾ ਤੇਰੇ ਮਨ ਦੇ ਵਿੱਚ ਪਦਾਰਥਾਂ ਦੀ ਇੱਛਾ, ਹੁਣੇ ਆਪਾਂ ਬਚਨ ਪੜ੍ਹਿਆ ਸੁੱਤ ਵਿੱਚ ਲੋਕ ਈਖਣਾ ਤੀਨੀ, ਮੈਨੂੰ ਪੁੱਤਰ ਮਿਲੇ, ਇਹ ਅਰਦਾਸਾਂ ਹੁੰਦੀਆਂ, ਮੈਨੂੰ ਧਨ ਮਿਲੇ, ਇਹ ਵੀ ਅਰਦਾਸਾਂ ਹੁੰਦੀਆਂ, ਲੋਕ ਮੇਰਾ ਜਸ ਕਰਨ, ਵਡਿਆਈ ਕਰਨ, ਇਹ ਵੀ ਹੁੰਦੀਆਂ। ਮਹਾਰਾਜ ਕਹਿਣ ਲੱਗੇ ਤਿੰਨਾਂ ਗੱਲਾਂ ਦੀ ਇੱਛਾ ਮਨ ਵਿੱਚੋਂ ਪਰੇ ਕਰਦੇ। ਕਰਮਾਂ 'ਚ ਲਿਖਿਆ ਸੁਤੇ ਸਿੱਧ ਪ੍ਰਾਪਤ ਹੋਏਗਾ। ਤੇ ਮਹਾਰਾਜ ਕਹਿਣ ਲੱਗੇ ਗੁਰ ਕਾ ਸ਼ਬਦ ਪਛਾਣ, ਤੇਰੇ ਵਾਸਤੇ ਹੁਕਮ ਇਹ ਹੈ ਤੂੰ ਗੁਰੂ ਦੇ ਹੁਕਮ ਨੂੰ ਬੁੱਝ ਵੀ ਗੁਰੂ ਕੀ ਕਹਿ ਰਿਹਾ ਹੈ। ਇੱਕ ਪਾਸੇ ਤੇ ਗੁਰੂ ਕੀ ਬਾਣੀ ਪੜ੍ਹਦਾ, ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਇਹ ਗੁਰਬਾਣੀ ਦਾ ਮੁੱਖ ਵਾਕ ਹੈ। ਜੋ ਕੁਝ ਹੋ ਰਿਹਾ ਹੁਕਮ ਦੇ ਵਿੱਚ, ਹੁਕਮ ਤੋਂ ਬਾਹਰੀ ਤੇ ਪਤਾ ਵੀ ਨਹੀਂ। ਗੁਰਬਾਣੀ ਦੇ ਬਚਨ ਤੇ ਪੜ੍ਹਦਾ, ਸਹਿਜ ਪਾਠ, ਗੁਰੂ ਗ੍ਰੰਥ ਸਾਹਿਬ ਦਾ ਪਾਠ, ਵਾਹਿਗੁਰੂ ਮੰਤਰ ਦਾ ਜਾਪ, ਮੂਲ ਮੰਤਰ ਦਾ ਜਾਪ ਕਰਦਾ। ਪਰ ਮਹਾਰਾਜ ਕਹਿਣ ਲੱਗੇ ਸਾਰਾ ਕੁਝ ਕਰਨ ਦੇ ਬਾਵਜੂਦ ਗੁਰੂ ਦੇ ਹੁਕਮ ਨੂੰ ਬੁੱਝ ਨਹੀਂ ਸਕਿਆ ਵੀ ਗੁਰੂ ਦਾ ਹੁਕਮ ਕੀ ਹੈ, ਰਜ਼ਾ ਕੀ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜਦੋਂ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਬਿਰਾਜੇ ਨਾ, ਅੰਮ੍ਰਿਤ ਵੇਲੇ ਦਾ ਸਮਾਂ ਹੋਇਆ, ਤੇ ਮਹਾਰਾਜ ਕਹਿੰਦੇ ਵੇਖੋ ਭਾਈ ਸਿੱਖੋ ਟਾਈਮ ਸਮਾਂ ਕਿੰਨਾ ਹੋ ਗਿਆ। ਹੁਣ ਇਹ ਹੈ ਗੁਰੂ ਦਾ ਹੁਕਮ, ਪਰ ਸਾਰਿਆਂ ਨਹੀਂ ਨਾ ਬੁੱਝ ਸਕਦੇ ਮਹਾਰਾਜ ਦਾ ਹੁਕਮ ਵੀ ਇਹਦੇ ਵਿੱਚ ਮਤਲਬ ਕੀ ਬਣਦਾ। 2-4 ਸਿੱਖ ਬਾਹਰ ਨਿਕਲੇ, ਛੱਤ ਵੱਲ ਆਕਾਸ਼ ਵੱਲ ਵੇਖਿਆ, ਤਾਰਿਆਂ ਦਾ ਹਿਸਾਬ ਕਿਤਾਬ, ਚੰਦਰਮਾ ਦਾ ਹਿਸਾਬ ਕਿਤਾਬ ਲਾ ਕੇ ਆਖਿਆ ਮਹਾਰਾਜ ਇੰਨੀ ਰਾਤ ਰਹਿ ਗਈ, ਇੰਨੀ ਰਾਤ ਚਲੇ ਗਏ। ਸਤਿਗੁਰਾਂ ਨੇ 2-4 ਮਿੰਟ ਲੰਘੇ, ਫਿਰ ਆਖਿਆ ਭਾਈ ਵੇਖੋ ਕਿੰਨੀ ਰਾਤ ਰਹਿ ਗਈ ਹੈ। ਹੁਣ ਸਿਆਣੇ ਸਿੱਖ ਹੁਕਮ ਨਹੀਂ ਬੁੱਝਦੇ ਪਏ ਵੀ ਮਹਾਰਾਜ ਕੀ ਕਹਿਣਾ ਚਾਹੁੰਦੇ ਨੇ, ਤਾਤ ਪਰ ਕੀ, ਸਿਧਾਂਤ ਕੀ ਹੈ। ਆਪਣੀ ਬੁੱਧੀ ਦੀ ਸਿਆਣ ਭਾਲੇ ਵੀ ਅੱਗੇ ਆ ਵੀ ਅਸੀਂ ਬੜੇ ਸਿਆਣੇ ਆ। ਫਿਰ ਆਕਾਸ਼ ਵੱਲ ਵੇਖਿਆ, ਤਾਰਿਆਂ ਦਾ, ਚੰਦਰਮਾ ਦਾ ਹਿਸਾਬ ਕਿਤਾਬ ਲਾਇਆ, ਤੇ ਪੁਰਾਣੇ ਜਿਹੜੇ ਬਜ਼ੁਰਗ ਸਨ ਉਹਨਾਂ ਦਾ ਟੇਵਾ, ਉਹਨਾਂ ਦਾ ਤਜਰਬਾ, ਉਹਨਾਂ ਦਾ ਅੰਦਾਜ਼ਾ ਬੜਾ ਪੱਕਾ ਹੁੰਦਾ।
ਸੋ ਉਹਨਾਂ ਨੇ ਫਿਰ ਹਿਸਾਬ ਕਿਤਾਬ ਲਾ ਕੇ ਆਖਿਆ ਮਹਾਰਾਜ ਇੰਨੀ ਕੁ ਰਾਤ ਲੰਘ ਗਈ, ਇੰਨੀ ਕੁ ਰਾਤ ਰਹਿ ਗਈ। ਤੀਜੀ ਵਾਰੀ ਮਹਾਰਾਜ ਸਾਹਿਬ ਜੀ ਕਹਿਣ ਲੱਗੇ, ਕਹਿੰਦੇ ਭਾਈ ਲਹਿਣਾ ਸਾਹਿਬ ਜੀ ਤੁਸੀਂ ਵੇਖੋ, ਇਹਨਾਂ ਤੋਂ ਨਹੀਂ ਵੇਖਿਆ ਗਿਆ, ਇਹਨਾਂ ਨੂੰ ਪਤਾ ਨਹੀਂ ਲੱਗਿਆ। ਭਾਈ ਲਹਿਣਾ ਸਾਹਿਬ ਬਾਹਰ ਆਏ, ਉਹਨਾਂ ਨੇ ਆਕਾਸ਼ ਵੱਲ, ਤਾਰਿਆਂ ਵੱਲ ਵੇਖਿਆ, ਚੰਦਰਮਾ ਵੱਲ ਵੇਖਿਆ। ਮਨ ਵਿੱਚ ਜਾਣ ਗਿਆ ਵੀ ਜੋ ਸਿੱਖਾਂ ਨੇ ਜਾ ਕੇ ਦੱਸਿਆ ਵੀ ਅੱਧੀ ਰਾਤ ਹੋ ਗਈ ਹੈ ਜਾਂ ਇੰਨੀ ਰਾਤ ਲੰਘੀ, ਇੰਨੀ ਰਹਿ ਗਈ ਹੈ, ਬਚਨ ਤੇ ਠੀਕ ਕਹਿੰਦੇ ਪਏ, ਪਰ ਮਹਾਰਾਜ ਵਾਰ-ਵਾਰ ਕਹਿੰਦੇ ਵੀ ਨਹੀਂ ਦੁਬਾਰਾ ਜਾ ਕੇ ਵੇਖੋ। ਜਦੋਂ ਇਹ ਬਚਨ ਨੂੰ ਆਪਣੇ ਮਨ ਵਿੱਚ ਯਾਦ ਕੀਤਾ ਨਾ, ਤਾਂ ਫਿਰ ਚੇਤੇ ਆਇਆ ਵੀ ਨਹੀਂ, ਇਹਦਾ ਉੱਤਰ ਇਹ ਨਹੀਂ ਜਿਹੜਾ ਸਿੱਖ ਦਿੰਦੇ ਪਏ। ਭਾਈ ਲਹਿਣਾ ਸਾਹਿਬ ਜੀ ਅੰਦਰ ਆਏ, ਆ ਕੇ ਚਰਨਾਂ ਤੇ ਨਮਸਕਾਰ ਕੀਤੀ। ਮਹਾਰਾਜ ਕਹਿਣ ਲੱਗੇ ਭਾਈ ਲਹਿਣਾ ਸਾਹਿਬ ਦੱਸੋ ਕੀ ਦੇਖਿਆ। ਹੱਥ ਜੋੜ ਕੇ ਬੇਨਤੀ ਕੀਤੀ, ਕਹਿਣ ਲੱਗੇ ਮਹਾਰਾਜ ਜਿੰਨੀ ਤੁਹਾਡੀ ਰਜਾ ਹੈ ਉਨੀ ਰਾਤ ਲੰਘ ਗਈ ਹੈ, ਜਿੰਨੀ ਤੁਸੀਂ ਆਪਣੀ ਰਜਾ ਵਿੱਚ ਰੱਖੀ ਹੈ ਉਨੀ ਹਾਲੇ ਰਹਿੰਦੀ ਹੈ, ਜਿੰਨੀ ਹੁਕਮ ਵਿੱਚ ਬਤੀਤ ਕੀਤੀ ਹੈ ਉਨੀ ਲੰਘ ਗਈ ਹੈ, ਜਿੰਨਾ ਅਜੇ ਹੁਕਮ ਬਾਕੀ ਹੈ ਉਨੀ ਰਹਿੰਦੀ ਹੈ। ਤੇ ਸਤਿਗੁਰੂ ਪਾਤਸ਼ਾਹ ਉਸ ਵੇਲੇ ਬਚਨ ਸੁਣ ਕੇ ਖੁਸ਼ ਹੋਏ, ਜਾਣੇ ਵੀ ਇਹਨੇ ਹੁਕਮ ਬੁੱਝਿਆ, ਬਾਕੀ ਤੇ ਆਪਣੀਆਂ ਗਿਣਤੀਆਂ ਮਿੰਤੀਆਂ ਵਿੱਚ ਪਏ ਹੋਏ, ਇੰਨੇ ਪੈਰ ਲੰਘ ਗਏ, ਇੰਨੀਆਂ ਘੜੀਆਂ ਰਹਿ ਗਈਆਂ। ਅਸਲ ਵਿੱਚ ਇਹਨੇ ਜਾਣਿਆ ਵੀ ਜਿੰਨੀ ਬਤੀਤ ਹੋਈ ਉਹ ਵੀ ਤੇਰੀ ਰਜਾ ਵਿੱਚ ਹੈ, ਜਿੰਨੀ ਰਹਿੰਦੀ ਹੈ ਉਹ ਵੀ ਆਪ ਜੀ ਦੇ ਹੁਕਮ ਦੇ ਵਿੱਚ ਹੈ। ਇਹ ਇਕੱਲੀ ਰਾਤ ਦੀ ਗੱਲ ਨਹੀਂ ਹੈ ਗੁਰਮੁਖੋ, ਇਹ ਸਾਡੀ ਜ਼ਿੰਦਗੀ ਦੀ ਵੀ ਗੱਲ ਹੈ। ਜਿੰਨੀ ਉਹਦੀ ਰਜਾ ਹੁਕਮ ਹੈ ਉਨੀ ਬਤੀਤ ਹੋ ਗਈ ਹੈ, ਉਨੀਆਂ ਖੁਸ਼ੀਆਂ, ਉਹਨੇ ਪਦਾਰਥ ਸਾਨੂੰ ਮਿਲ ਗਏ। ਤੇ ਜਿੰਨਾ ਅੱਗੇ ਆਉਣ ਵਾਲਾ ਸਮਾਂ, ਜਿੰਨੀ ਉਹਦੀ ਰਜਾ ਹੋਵੇਗੀ, ਬਖਸ਼ਿਸ਼ ਹੋਵੇਗੀ, ਉਹਨੇ ਪਦਾਰਥ ਫਿਰ ਸਾਨੂੰ ਅੱਗੇ ਮਿਲ ਜਾਣਗੇ। ਪਰ ਬਚਨ ਇਹ ਹੈ ਵੀ ਗੁਰੂ ਦਾ ਹੁਕਮ ਬੁੱਝਣਾ ਜ਼ਰੂਰੀ ਹੈ ਵੀ ਗੁਰੂ ਕੀ ਚਾਹੁੰਦਾ ਹੈ। ਗੁਰੂ ਦੇ ਹੁਕਮ ਵਿੱਚ ਰਵੇਂਗਾ ਤੇ ਖੁਸ਼ੀ ਹੈ, ਪਰ ਜੇ ਹੁਣ ਗੁਰਬਾਣੀ ਨੂੰ ਪੜ੍ਹਦਿਆਂ ਹੋਇਆਂ ਵੀ ਹੁਕਮ ਤੋਂ ਬਾਹਰੀ ਹੋ ਜਾਵੇ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਗੁਰੂ ਕਾ ਸ਼ਬਦ ਪਛਾਣ, ਗੁਰੂ ਦੇ ਸ਼ਬਦ ਦੀ ਪਛਾਣ ਕਰ। ਪਛਾਣ ਕਰਨੀ, ਗੁਰੂ ਦਾ ਹੁਕਮ ਬੁੱਝ, ਇਹ ਬੁਝਾਰਤ ਹੈ। ਇਹ ਬੁਝਾਰਤ ਬੁੱਝ ਵੀ ਮਹਾਰਾਜ ਕੀ ਕਹਿ ਰਹੇ ਨੇ, ਕੀ ਉਪਦੇਸ਼ ਦਿੰਦੇ ਪਏ, ਸਾਨੂੰ ਕੀ ਕਰਨਾ ਚਾਹੀਦਾ, ਇਸ ਗੱਲ ਨੂੰ ਸਿੱਖਾ ਗੁਰੂ ਕਿਹਾ ਬੁੱਝ ਲੈਣਾ ਕਰ। ਸਤਿਗੁਰ ਅੱਗੇ ਢਹਿ ਪੋ, ਸਤਿਗੁਰਾਂ ਦੇ ਅੱਗੇ ਢਹਿ ਹੀ ਪੋ, ਨਿਸ਼ਾਵਰੀ ਹੋ ਜਾ, ਲੰਮੇ ਹੀ ਪੈ ਜਾ, ਚਰਨ ਫੜ ਲਾ ਮਹਾਰਾਜ। ਜੋ ਕੁਝ ਹੈ ਉਹ ਆਪ ਜੀ ਦੀ ਰਜਾ, ਆਪ ਜੀ ਦਾ ਹੁਕਮ ਹੈ। ਸਭ ਕੁਛ ਜਾਣੈ ਜਾਣ, ਗੁਰੂ ਸਭ ਕੇ ਜਾਣਦਾ ਹੈ, ਉਹਨੂੰ ਦੱਸਣ ਦੀ ਲੋੜ ਨਹੀਂ। ਬਿਨ ਬੋਲਿਆ ਸਭ ਕੁਛ ਜਾਣਦਾ, ਕਿਸ ਆਗਿਆ ਕੀਚੈ ਅਰਦਾਸ। ਗੁਰੂ ਨੂੰ ਦੱਸਣ ਦੀ ਲੋੜ ਨਹੀਂ, ਮੈਨੂੰ ਆਹ ਦੁੱਖ ਹੈ, ਮੈਨੂੰ ਸੁੱਖ ਹੈ, ਉਹ ਤੇ ਸਭ ਕੇ ਜਾਣਦਾ। ਕਿਵੇਂ? ਕਿਉਂਕਿ ਦੁੱਖ ਸੁੱਖ ਤੇਰੇ ਕਰਮਾਂ ਵਿੱਚ ਲਿਖਿਆ ਤੇ ਉਹਨੇ ਹੀ ਹੈ ਨਾ, ਜਿਹਨੇ ਆਪ ਲਿਖਿਆ ਉਹਨੂੰ ਨਹੀਂ ਪਤਾ ਤੇਰੇ ਕਰਮਾਂ 'ਚ ਤੈਨੂੰ ਦੁੱਖ ਮਿਲਿਆ ਕਿ ਸੁੱਖ ਮਿਲਿਆ। ਗੁਰੂ ਸਭ ਕੇ ਜਾਣਦਾ ਹੈ, ਉਹਦੇ ਕੋਲੋਂ ਗੁੱਝੀ ਛੰਨੀ ਨਾਹੀ ਬਾਤ, ਲੁਕੀ ਛਿਪੀ ਗੱਲ ਗੁਰੂ ਕੋਲ ਹੈ ਹੀ ਨਹੀਂ ਹੈ। ਗੁਰੂ ਤੇ ਸਭ ਕੇ ਜਾਣਦਾ ਵੀ ਕੀ ਹੁੰਦਾ ਪਿਆ, ਕੀ ਨਹੀਂ ਹੁੰਦਾ ਪਿਆ। ਭਾਈ ਮਰਦਾਨਾ ਜੀ ਕਹਿਣ ਲੱਗੇ ਮਹਾਰਾਜ ਆਗਿਆ ਹੋਵੇ ਤੇ ਪਿੰਡ ਨੂੰ ਜਾਵਾਂ। ਤੇ ਸਤਿਗੁਰੂ ਕਹਿਣ ਲੱਗੇ ਭਾਈ ਮਰਦਾਨਾ ਜੰਗਲ ਬੜਾ ਸੰਘਣਾ, ਜੰਗਲ ਵਿੱਚ ਬੜੀਆਂ ਭੈੜੀਆਂ ਰੂਹਾਂ ਵੀ ਰਹਿੰਦੀਆਂ, ਬੜੇ ਖਤਰਨਾਕ ਜੀਵ ਰਹਿੰਦੇ, ਲੁੱਟ ਲੁਟੇਰੇ ਵੀ ਰਹਿੰਦੇ, ਨਾ ਜਾ, ਸਾਡੇ ਨਾਲ ਹੀ ਚੱਲ। ਮਹਾਰਾਜ ਜੀ ਨਹੀਂ ਲੱਗਦਾ। ਹੁਣ ਬੰਦਾ ਜਦੋਂ ਜਿੱਤੇ ਆ ਜਾਵੇ ਨਾ ਫਿਰ ਮੰਨਦਾ ਨਹੀਂ, ਮਹਾਰਾਜ ਜੀ ਨਹੀਂ ਲੱਗਦਾ, ਮੇਰਾ ਤੇ ਜਾਣਾ ਅਭੀ ਜ਼ਰੂਰੀ, ਹੁਣੇ ਹੀ। ਸਤਿਗੁਰੂ ਜਾਣ ਗਿਆ ਵੀ ਇਹ ਮਰਾਸੀ ਜਿੱਤੇ ਆ ਗਿਆ, ਹਟੇਗਾ ਨਹੀਂ। ਮਹਾਰਾਜ ਕਹਿੰਦੇ ਜਾ ਭਾਈ ਤੇਰੀ ਮਰਜ਼ੀ ਹੈ, ਚਲੇ ਜਾ। ਜਦੋਂ ਤੁਰਿਆ ਰਸਤੇ ਵਿੱਚ ਕਹਿੰਦੇ ਕੌਡੇ ਨੇ ਫੜ ਲਿਆ, ਕੌਡਾ ਨਾਮ ਦਾ ਇੱਕ ਦੈਂ ਤੋਂ ਫੜ ਕੇ ਰੱਸੇ ਨਾਲ ਬੰਨ੍ਹ ਕੇ ਬਹਿ ਗਿਆ। ਇਹਨੂੰ ਖਾਣਾ ਚਾਹੁੰਦਾ, ਇਹਦਾ ਭੋਜਨ ਕਰਨਾ ਚਾਹੁੰਦਾ। ਸਤਿਗੁਰੂ ਆਪਣੇ ਧਿਆਨ ਵਿੱਚ ਬੈਠੇ ਹੋਏ ਤੇ ਮਹਾਰਾਜ ਬੈਠੇ ਬੈਠੇ ਹੱਸ ਪਏ। ਭਾਈ ਬਾਲਾ ਜੀ ਕੋਲ ਹੀ ਬੈਠੇ। ਮਹਾਰਾਜ ਕੀ ਗੱਲ ਹੋਈ ਹੈ? ਸਤਿਗੁਰੂ ਕਹਿਣ ਲੱਗੇ ਉਹ ਜਿਹੜਾ ਕਹਿੰਦਾ ਸੀ ਘਰੇ ਜਾਣਾ, ਉਹਨੂੰ ਇੱਕ ਉੱਥੇ ਦੈਂਤ ਫੜ ਕੇ ਬੈਠਾ। ਸਭ ਕੁਝ ਜਾਣੇ ਜਾਣ। ਹੁਣ ਭਾਈ ਮਰਦਾਨੇ ਨੇ ਚਿੱਠੀ ਤੇ ਨਹੀਂ ਨਾ ਪਾਈ, ਜਾ ਕੇ ਦੱਸਿਆ ਤੇ ਨਹੀਂ ਨਾ ਵੀ ਮਹਾਰਾਜ ਮੈਂ ਫੜਿਆ ਗਿਆ। ਬਿਨਾਂ ਦੱਸਣ ਤੋਂ ਹੀ ਪਤਾ ਵੀ ਉਹ ਫੜਿਆ ਗਿਆ। ਹੱਸ ਪਏ। ਤੇ ਭਾਈ ਬਾਲਾ ਜੀ ਕਹਿਣ ਲੱਗੇ ਮਹਾਰਾਜ ਫੜੇ ਗਏ ਤੇ ਫਿਰ ਆਪ ਜੀ ਕਿਰਪਾ ਕਰੋ, ਇੱਥੇ ਬੈਠੇ ਰਹੇ ਤੇ ਉਹ ਸਭ ਕੁਝ ਫਿਰ ਕੰਮ ਨਿਬੜ ਹੀ ਜਾਏਗਾ ਨਾ। ਸਤਿਗੁਰੂ ਝਾਟੀ ਲੈ ਕੇ ਉੱਥੇ ਭਾਈ ਬਾਲਾ ਜੀ ਨੂੰ ਪਹੁੰਚੇ। ਮਹਾਰਾਜ ਕਹਿੰਦੇ ਭਾਈ ਬਾਲਿਆ ਓਲੇ ਖੜ ਕੇ ਨਾ ਵੇਖ ਤਮਾਸ਼ਾ ਕਰਤਾਰ ਦਾ ਵੀ ਕੀ ਹੁੰਦਾ। ਤੇ ਭਾਈ ਬਾਲਾ ਜੀ ਨੇ ਉਲਾਂਭਾ ਦਿੱਤਾ। ਕਹਿਣ ਲੱਗੇ ਮਹਾਰਾਜ ਸਾਹਿਬ ਜੀ ਜੇ ਪਾਸੇ ਖੜ ਕੇ ਹੀ ਵੇਖਣਾ ਵੀ ਮਰਦਾਨੇ ਨੂੰ ਖਾਂਦਾ ਕਿਵੇਂ ਆ, ਤੇ ਫਿਰ ਆਉਣ ਦਾ ਕੀ ਫਾਇਦਾ ਸੀ? ਫਿਰ ਆਪਾਂ ਉੱਥੇ ਹੀ ਬੈਠੇ ਰਹਿੰਦੇ ਤੇ ਖਾ ਤੇ ਉਹਨੇ ਜਾਣਾ ਹੀ ਹੈ। ਜੇ ਆਪਾਂ ਆਏ ਹਾਂ ਤੇ ਫਿਰ ਕਿਰਪਾ ਕਰੋ ਨਾ, ਮਿਹਰ ਕਰੋ, ਇਹਦੀ ਜਾਨ ਬਚਾਈਏ। ਸਤਿਗੁਰੂ ਕਹਿੰਦੇ ਬਚਾਵਾਂਗੇ, ਪਰ ਆ ਜਿਹੜਾ ਖਾਣ ਲੱਗਾ ਇਹਦਾ ਵੀ ਤੇ ਭਲਾ ਕਰਨਾ ਨਾ।
ਸਤਿਗੁਰਾਂ ਨੇ ਕੌਤਕ ਵਰਤਾਇਆ। ਸਾਖੀ ਲੰਬੇਰੀ ਆਪਾਂ ਸਰਵਣ ਵੀ ਕੀਤੀ ਹੈ। ਕੌਡੇ ਦਾ ਭਲਾ ਕੀਤਾ, ਕਹਿਣ ਤੋਂ ਭਾਵ ਇਹ ਹੈ ਸਭ ਕੁਛ ਜਾਣੇ ਜਾਣ, ਉਹਨੂੰ ਦੱਸਣ ਤੋਂ ਬਿਨਾਂ ਹੀ ਪਤਾ ਵੀ ਮੇਰਾ ਮਰਦਾਨਾ ਫਸ ਗਿਆ ਕਿਸੇ ਮੁਸੀਬਤ ਵਿੱਚ, ਤੇ ਉਹਦੇ ਮਰਦਾਨੇ ਆਪਾਂ ਵੀ ਤਾਂ ਉਹਦੇ ਮਰਦਾਨੇ ਹੀ ਆ ਨਾ, ਉਹਦੇ ਸੇਵਕ ਹੀ ਆ ਨਾ, ਉਹਦੇ ਦਾਸ ਹੀ ਆ ਨਾ ਉਹਦੇ ਘਰ ਦੇ। ਤੇ ਸਾਡੀਆਂ ਮੁਸੀਬਤਾਂ ਨੂੰ ਕਿਉਂ ਨਹੀਂ ਜਾਣਦਾ? ਸਾਰਾ ਕੁਝ ਉਹਨੂੰ ਪਤਾ ਹੈ। ਆਪਣੀ ਭਾਵਨਾ ਰੱਖਿਆ ਕਰ, ਗੁਰੂ ਕਿਰਪਾ ਕਰਦਾ ਹੈ। ਆਸਾ ਮਨਸਾ ਜਲਾਏ ਤੂੰ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਜਿਹੜੀਆਂ ਮਨਸ਼ਾ ਵਾਸ਼ਨਾਵਾਂ ਨੇ ਨਾ ਤੇਰੇ ਮਨ ਦੀਆਂ ਵਾਸ਼ਨਾਵਾਂ, ਮਨ ਦੀਆਂ ਆਸਾਂ ਜਲਾ ਦੇ, ਅੱਗ ਲਾ ਕੇ ਸਾੜ ਦੇ। ਕੋਈ ਚੀਜ਼ ਨਾ ਆਪਾਂ ਨੂੰ ਘਰੇ ਚਾਹੀਦੀ ਹੋਵੇ, ਆਪਾਂ ਧੂਣੀ ਲਾ ਕੇ ਅੱਗ ਬਾਲ ਕੇ ਕਾਗਜ਼ ਪੱਤਰ ਜੋ ਵੀ ਲੀੜਾ ਟਾਕੀ ਸਾੜ ਦੇਈਦਾ, ਵੀ ਇਹ ਨਹੀਂ ਚਾਹੀਦਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਮਨ ਦੀਆਂ ਆਸਾਂ ਨੂੰ ਸਾੜ ਦੇ, ਆਸ ਨਾ ਰੱਖ, ਇਹ ਮਿਲੇ ਉਹ ਮਿਲੇ ਆ ਮਿਲੇ ਉਹ ਮਿਲੇ, ਇਹ ਨਾ ਕਰ, ਆਸਾ ਸਾੜ ਦੇ, ਪਰੇ ਕਰ ਦੇ। ਤੇ ਫਿਰ ਕੀ ਕਰ? ਹੋਏ ਰਹੋ ਮਹਿਮਾਨ। ਮਹਿਮਾਨ ਤੋਂ ਭਾਵ ਹੁੰਦਾ ਗੁਰਮੁਖੋ ਪ੍ਰਾਹੁਣਾ ਬਣ ਕੇ ਰਹਿ। ਹੁਣ ਸਾਡੇ ਘਰੇ ਕੋਈ ਪ੍ਰਾਹੁਣਾ ਆ ਜਾਵੇ ਤੇ ਉਹ ਸਾਡੇ ਫਰਨੀਚਰ ਤੇ ਅੱਖ ਰੱਖ ਕੇ ਬੈਠੇ ਵੀ ਜਾਣ ਲੱਗਿਆ ਸਾਰਾ ਮੈਂ ਮੋਢੇ ਤੇ ਰੱਖ ਕੇ ਲੈ ਕੇ ਜਾਣਾ, ਸਾਡੇ ਗਹਿਣੇ ਗੱਟੇ ਘਰ ਤੇ ਪਲਾਟ ਤੇ ਨਿਗਾਹ ਰੱਖ ਕੇ ਬੈਠੇ ਵੀ ਸਾਰਾ ਕੁਝ ਮੈਂ ਹੂੰਝ ਕੇ ਲੈ ਜਾਣਾ, ਤੇ ਉਹ ਪ੍ਰਾਹੁਣਾ ਤੇ ਨਾ ਫਿਰ ਹੋਇਆ, ਉਹਦੇ ਮਾਲਕ ਬਣ ਗਿਆ। ਸਤਿਗੁਰੂ ਪਾਤਸ਼ਾਹ ਕਹਿੰਦੇ ਪ੍ਰਾਹੁਣਾ ਆਇਆ ਹੈ, ਉਹਨੂੰ ਸਿਰਫ ਰਾਤ ਦੀ ਰੋਟੀ ਨਾਲ ਮਤਲਬ ਹੈ ਵੀ ਰਾਤ ਨੂੰ ਪ੍ਰਸ਼ਾਦਾ ਛਕਣਾ, ਸਵੇਰੇ ਉੱਠ ਕੇ ਰਾਹ 'ਤੇ ਤੁਰਨਾ ਹੈ। ਤੇ ਸਿਆਣਾ ਪ੍ਰਾਹੁਣਾ ਜਿਹੜਾ ਨਾ ਕੱਪੜੇ ਲੀੜੇ ਥੋੜ੍ਹੇ ਹੀ ਲੈ ਕੇ ਆ ਵੀ ਇੱਕ ਦਿਨ ਰਹਿਣਾ, ਇੱਕ ਵਰਦੀ ਬੜੀ ਹੈ। ਅੱਜ ਕਲਯੁਗ ਦਾ ਸਮਾਂ ਨਾ, ਅਸੀਂ ਬਹੁਤੇ ਕੱਪੜਿਆਂ ਇਹਨਾਂ ਕੰਮਾਂ ਵਿੱਚ ਪੈ ਗਏ। ਰੋ ਵਿਚਾਰ, ਪ੍ਰਾਹੁਣਾ ਬਹੁਤਾ ਆਪਣਾ ਫਲਾਹ ਨਹੀਂ ਕਰਦਾ, ਉਹ ਇੱਕ ਰਾਤ ਵਾਸਤੇ ਆਇਆ ਚਲਾ ਗਿਆ। ਪਿਆਰਿਆ ਤੂੰ ਵੀ ਤੇ ਜ਼ਿੰਦਗੀ ਦੀ ਰਾਤ ਕੱਟਣ ਆਇਆ ਨਾ ਸੰਸਾਰ ਵਿੱਚ, ਤੂੰ ਇੱਥੇ ਆ ਕੇ ਮਾਲਕ ਬਣ ਗਿਆ। ਹੁਣ ਪ੍ਰਾਹੁਣਾ ਜੇ ਘਰ ਦਾ ਮਾਲਕ ਬਣੇਗਾ ਤੇ ਮਾਰ ਹੀ ਖਾਵੇਗਾ ਨਾ। ਘਰ ਵਾਲੇ ਚੰਗਾ ਉਹਦੀ ਸੇਵਾ ਕਰਨਗੇ, ਪਹਿਲਾਂ ਦੂਜੀ ਸੇਵਾ ਹੋਣੀ ਸਤਿਕਾਰ ਵਾਲੀ, ਫਿਰ ਦੂਜੀ ਮਾਰ ਵਾਲੀ ਹੋਣੀ, ਕਿਉਂਕਿ ਉਹ ਮਿਲਣ ਵਾਸਤੇ ਆਇਆ, ਘਰ ਦਾ ਮਾਲਕ ਬਣ ਗਿਆ। ਅੱਗ ਲੈਣ ਆਈ, ਮਾਲਕ ਬਣ ਗਈ, ਕਹਾਵਤ ਹੈ ਨਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਤੂੰ ਇੱਥੇ ਆ ਕੇ ਆਸਾਂ ਲਾ ਲਈਆਂ, ਮੈਨੂੰ ਆਹ ਮਿਲੇ, ਮੈਨੂੰ ਆਹ ਮਿਲੇ, ਮੈਨੂੰ ਆਹ ਮਿਲੇ, ਇਹਨਾਂ ਆਸਾਂ ਨੂੰ ਸਾੜ ਦੇ ਭਾਈ ਪਿਆਰਿਆ। ਹੋਏ ਰਹੋ ਮਹਿਮਾਨ, ਪ੍ਰਾਹੁਣਾ ਬਣ ਜਾ, ਪ੍ਰਾਹੁਣੇ ਦੇ ਵਾਂਗ ਆਪਣੀ ਬਿਰਤੀ ਰੱਖ, ਦੁਨੀਆ ਤੋਂ ਸਭ ਕੁਝ ਛੱਡ ਕੇ ਜਾਣਾ ਹੈ। ਸਤਿਗੁਰ ਕੈ ਭਾਣਾ ਭੀ ਚੱਲੈ। ਸਤਿਗੁਰਾਂ ਦੇ ਹੁਕਮ ਦੇ ਵਿੱਚ ਚੱਲ, ਸਤਿਗੁਰ ਕੈ ਭਾਣੇ ਚੱਲ, ਗੁਰਬਾਣੀ ਦਾ ਬਚਨ ਵੀ ਹੈ ਨਾ, ਗੁਰੂ ਦੇ ਭਾਣੇ ਵਿੱਚ ਹੁਕਮ ਵਿੱਚ ਰਹਿਣਾ ਕਰ। ਤਨ ਦਰਗਾਹ ਪਾਵੈ ਮਾਨ। ਦਰਗਾਹ ਦੇ ਵਿੱਚ ਇੱਜ਼ਤ ਵੀ ਤਾਂ ਹੀ ਮਿਲਣੀ ਹੈ ਭਾਣੇ ਵਿੱਚ ਚੱਲੇਗਾ। ਜੇ ਗੁਰੂ ਦੇ ਭਾਣੇ ਨੂੰ ਮੋੜੇਗਾ ਨਾ, ਭਾਣਾ ਤੇ ਵਰਤਣਾ ਹੀ ਹੈ। ਇਹ ਮਤਾਂ ਅਸੀਂ ਸੋਚੀਏ ਵੀ ਮੈਂ ਗੱਲ ਨਹੀਂ ਮੰਨਾਂਗਾ ਤੇ ਉਹ ਗੱਲ ਹੋਣੀ ਨਹੀਂ, ਹੋਣੀ ਉਹੀ ਹੈ ਜੋ ਕੁਛ ਕਰਨਾ ਸੋ ਕਰ ਰਹਿਆ। ਪਰਮਾਤਮਾ ਨੇ ਜੋ ਕਰਨਾ ਹੋਣਾ ਉਹ ਹੈ। ਪਰ ਜੇ ਅਸੀਂ ਨਾਂ ਦੇ ਵਿੱਚ ਸਿਰ ਹਿਲਾਇਆ ਤੇ ਫਿਰ ਦਰਗਾਹ ਦੇ ਵਿੱਚ ਚੰਗੀ ਸੇਵਾ ਉੱਥੇ ਹੁੰਦੀ ਹੈ, ਮਾਨ ਸਨਮਾਨ ਕੋਈ ਨਹੀਂ ਹੁੰਦਾ, ਮਾਰ ਪੈਂਦੀ ਹੈ। ਪਰ ਜਿਨ੍ਹਾਂ ਨੇ ਗੁਰੂ ਦੇ ਹੁਕਮ ਨੂੰ ਸੱਤ ਬਚਨ ਕਰਕੇ ਮੰਨਿਆ, ਸੱਤ ਕਰ ਮਾਨੀ, ਮਹਾਰਾਜ ਦਾ ਬਚਨ ਮੰਨ ਲਿਆ, ਉਹਨਾਂ ਦਾ ਫਿਰ ਪ੍ਰਲੋਕ ਦੇ ਵਿੱਚ ਵੀ ਭਾਈ ਮਾਨ ਸਨਮਾਨ ਸਤਿਕਾਰ ਹੁੰਦਾ ਹੈ। ਪਰ ਹੁੰਦਾ ਉਹਨਾਂ ਦਾ ਹੈ ਜਿਹੜੇ ਗੁਰੂ ਦਾ ਬਚਨ ਸਤ ਬਚਨ ਆਗਿਆ ਕਹਿ ਕੇ ਮੰਨਦੇ ਹਨ। ਨਾਨਕ ਜੇ ਨਾਮ ਨਾ ਚੇਤਨੀ। ਪਾਤਸ਼ਾਹ ਕਹਿੰਦੇ ਜਿਹੜੇ ਲੋਕ ਨਾਮ ਨਹੀਂ ਨਾ ਜਪਦੇ, ਆਦੇ ਵੀ ਸਾਡੇ ਕੋਲ ਟਾਈਮ ਨਹੀਂ ਬਾਣੀ ਪੜਨ ਦਾ, ਨਾਮ ਜਪਣ ਦਾ। ਤਿੰਨ ਤਿਗ ਪਹਿਨਣ ਤਿਗ ਖਾਣ। ਪਹਿਨਣ ਤੋਂ ਭਾਵ ਕੱਪੜੇ ਪਾਉਣੇ, ਉਹਨਾਂ ਦੇ ਕੱਪੜੇ ਪਾਉਣੇ ਵੀ ਲਾਹਨਤੀ ਹੈ। ਭਾਵੇਂ ਕਿ ਮਹਿੰਗਾ ਸੂਟ ਬੂਟ ਉਸਨੇ ਗਲ ਵਿੱਚ ਪਾਇਆ ਨਾ, ਮਹਿੰਗੇ ਕੱਪੜੇ ਜਿੰਨੇ ਮਰਜ਼ੀ ਲੈ ਆਂਦੇ ਦੇਸ਼ ਵਿਦੇਸ਼ ਤੋਂ, ਉਹਦੇ ਕੱਪੜੇ ਨੂੰ ਵੀ ਲਾਹਨਤੀ ਹੈ। ਇੰਨਾ ਮਹਿੰਗਾ ਕੱਪੜਾ ਪਾ ਕੇ ਗੰਦਾ ਹੀ ਕੀਤਾ, ਨਾਮ ਨਹੀਂ ਜਪਿਆ। ਤੇ ਕੱਪੜੇ ਤੋਂ ਬਾਅਦ ਵਿੱਚ ਅਸੀਂ ਪਾਉਂਦੇ ਹਾਂ ਗਹਿਣਾ, ਸੋਨੇ ਦਾ, ਚਾਂਦੀ ਦਾ, ਹੀਰਿਆਂ ਦਾ। ਮਹਾਰਾਜ ਕਹਿਣ ਲੱਗੇ ਉਹਦੇ ਗਹਿਣੇ ਪਾਉਣੇ ਵੀ ਲਾਹਨਤੀ ਹੈ, ਉਹਨੂੰ ਤ੍ਰਿਗਾਕਾਰ ਹੀ ਹੈ। 100 ਵਾਰੀ ਫਿੱਟੇ ਮੂੰਹ, ਫਿਰ ਅੱਗੇ ਲਾਹਨਤ, ਫਿਰ ਅੱਗੇ ਤ੍ਰਿਗ ਬਣਦੀ ਹੈ। ਕਹਿਣ ਤੋਂ ਭਾਵ ਹੈ ਕਿ ਬੰਦਾ ਘੰਟਾ ਕੋਲ ਬੈਠਾ ਆਖੀ ਜਾਵੇ ਨਾ ਤੈਨੂੰ ਲਾਹਨਤ ਹੈ, ਲਾਹਨਤ ਹੈ, ਆਹੀ ਗੱਲ ਕਰੀ ਜਾਵੇ, 1 ਘੰਟਾ ਇਹ ਗੱਲ ਕਵੇ, ਫਿਰ ਜਾ ਕੇ ਇੱਕ ਤ੍ਰਿਗ ਬਣਦੀ ਹੈ। ਮਹਾਰਾਜ ਕਹਿਣ ਲੱਗੇ ਘੰਟਾ ਕਹਿ ਕੇ ਤੈਨੂੰ ਲਾਹਨਤਾਂ ਪਾਈਆਂ, ਤੇਰੇ ਪਾਏ ਗਹਿਣੇ ਨੂੰ, ਤੇਰੇ ਪਾਏ ਕੱਪੜੇ ਨੂੰ, ਜੇ ਨਾਮ ਨਹੀਂ ਜਪਿਆ। ਅਗਲਾ ਬਚਨ ਧਿਗ ਪਹਿਨਣ ਧਿਗ ਖਾਣ। ਜਿਹੜਾ ਖਾਂਦਾ ਨਾ ਪਦਾਰਥਾਂ ਨੂੰ ਮਸਾਲੇ ਲਾ ਕੇ ਬੜੇ ਚੱਟ ਕੇ ਸਵਾਦ ਨਾਲ, ਇਹ ਖਾਣਾ ਵੀ ਤੇਰਾ ਲਾਹਨਤੀ ਹੈ ਭਾਈ। ਨਾਮ ਬਿਨਾ ਜੋ ਪਹਿਰੇ ਖਾਏ, ਜਿਉਂ ਕੂਕਰ ਜੂਠਣ ਮੈਂ ਪਾਏ। ਇੱਕ ਪਾਸੇ ਕੁੱਤੇ ਦੇ ਭਾਂਡੇ ਵਿੱਚ ਮੂੰਹ ਪਾ ਕੇ
ਵਸਤੂ ਖਾਣੀ ਇੱਕ ਪਾਸੇ, ਨਾਮ ਜਪੇ ਤੋਂ ਬਿਨਾ ਖਾਣੀ ਬਰਾਬਰ ਹੀ ਹੈ ਭਾਈ। ਐਸੀ ਹਾਲਤ ਬਣਦੀ ਹੈ। ਮਹਲਾ ਤੀਜਾ ਹਰ ਗੁਣ ਟੋਟ ਨਾ ਆਵੇ, ਕੀਮਤ ਕਹਿਣ ਨਾ ਜਾਏ। ਉਹਨਾਂ ਦੇ ਗੁਣਾਂ ਦੀ ਕੋਈ ਘਾਟ ਨਹੀਂ ਹੈ, ਨਾ ਉਹਦੀ ਕੋਈ ਕੀਮਤ ਕਹਿ ਸਕਦਾ, ਐਸਾ ਉਹ ਬੇਅੰਤ ਹੈ। ਨਾਨਕ ਗੁਰਮੁਖ ਹਰ ਗੁਣ ਰਵੈ, ਗੁਣ ਮੈਂ ਰਹਿ ਸਮਾਏ। ਲਗੇ ਜਿਹੜੇ ਗੁਰਮੁਖ ਗੁਰੂ ਨੇ, ਐਸੇ ਗੁਰੂ ਹਰ ਗੁਣ ਰਵੈ, ਆਪ ਵੀ ਨਾਮ ਜਪਦੇ। ਜਿਨ੍ਹਾਂ ਗੁਰਮੁਖਾਂ ਨੇ ਆਪਣਾ ਮੂੰਹ ਗੁਰੂ ਵੱਲ ਕੀਤਾ, ਉਹ ਗੁਰਮੁਖ ਵੀ ਨਾਮ ਜਪਦੇ। ਗੁਣ ਮੈਂ ਰਹਿ ਸਮਾਏ, ਉਸ ਗੁਣੀ ਪਰਮਾਤਮਾ ਵਿੱਚ ਗੁਰੂ ਸਮਾ ਗਏ, ਉਹਦਾ ਰੂਪ ਹੋ ਗਏ। ਗੁਰੂ ਦੀ ਸਿੱਖਿਆ ਤੇ ਚੱਲਣ ਵਾਲੇ ਗੁਰੂ ਕੇ ਸਿੱਖ ਗੁਰੂ ਵਿੱਚ ਸਮਾ ਜਾਂਦੇ ਹਨ। ਪੌੜੀ ਹਰ ਚੋਲੀ ਦੇ ਸਵਾਰੀ, ਕੱਢ ਪੈਦੀ ਭਗਤ ਕਰ। ਪਰਮਾਤਮਾ ਅਕਾਲ ਪੁਰਖ ਨੇ ਕਿਰਪਾ ਕਰਕੇ ਇਹ ਸਾਡੀ ਜਿਹੜੀ ਦੇਹ ਹੈ ਨਾ, ਇਸ ਦੇਹ ਨੂੰ ਸਵਾਰਿਆ ਹੈ ਭਗਤੀ ਰੂਪੀ ਚੋਲੀ ਦੇ ਨਾਲ। ਹੁਣ ਸਰੀਰ ਉੱਪਰ ਅਸੀਂ ਚੋਲਾ ਕੱਪੜਾ ਸੂਟ ਪਾਉਂਦੇ ਨਾ, ਪਰਮਾਤਮਾ ਨੇ ਸਾਡੀ ਇਹ ਜਿਹੜੀ ਦੇਹ ਸਵਾਰੀ ਹੈ ਨਾ, ਇਹਦੇ ਉੱਪਰ ਭਗਤੀ ਰੂਪੀ ਚੋਲੀ ਬਖਸ਼ਿਸ਼ ਕੀਤੀ ਹੈ। ਇਸ ਚੋਲੀ ਨੂੰ ਬੜਾ ਸੋਹਣਾ ਕੱਢਿਆ ਗਿਆ ਹੈ, ਜਿਵੇਂ ਸਿਤਾਰੇ ਲਾ ਕੇ, ਮੋਤੀ ਲਾ ਕੇ, ਬੜਾ ਸੋਹਣਾ ਧਾਗਾ ਲਾ ਕੇ, ਰੇਸ਼ਮ ਲਾ ਕੇ ਕੱਢਿਆ ਜਾਂਦਾ। ਕਹਿੰਦੇ ਐਸਾ ਭਾਈ ਇਸ ਨੂੰ ਕੱਢਿਆ, ਸਜਾਇਆ ਹੋਇਆ। ਤੇ ਵਿਦਵਾਨ ਜਨ ਕਹਿੰਦੇ ਵੱਖ-ਵੱਖ ਅਵਤਾਰ ਹੋਏ ਪਹਿਲੇ ਸਮਿਆਂ ਵਿੱਚ, ਉਹਨਾਂ ਅਵਤਾਰਾਂ ਤੋਂ ਵੱਖੋ ਵੱਖਰਾ ਰੰਗ ਲੈ ਲੈਣਾ, ਕਿਉਂਕਿ ਜਿੰਨੇ ਰੰਗ ਕੱਪੜੇ ਵਿੱਚ ਜ਼ਿਆਦੇ ਉਨੀ ਉਹਦੀ ਜ਼ਿਆਦੀ ਸ਼ੋਭਾ ਬਣ ਜਾਂਦੀ, ਟੌਰ ਬਣ ਜਾਂਦੀ ਹੈ। ਐਸੇ ਰੰਗ ਲਾ ਲਾ ਕੇ ਇਹ ਦੇਹ ਨੂੰ ਭਗਤੀ ਰੂਪੀ ਕੱਪੜੇ ਦੇ ਨਾਲ ਸ਼ਿੰਗਾਰਿਆ ਹੋਇਆ। ਐਸੇ ਕੱਪੜੇ ਨੂੰ ਇਹ ਪ੍ਰਾਪਤ ਕੀਤਾ, ਇਹ ਕੱਪੜਾ ਪਹਿਨਿਆ ਹੋਇਆ। ਕਿਹੜਾ? ਭਗਤੀ ਰੂਪੀ ਕੱਪੜਾ, ਰੇਸ਼ਮ ਦੀਆਂ ਡੋਰਾਂ ਦੇ ਨਾਲ, ਰੇਸ਼ਮ ਦੇ ਸੋਹਣੇ ਰੰਗਾਂ ਦੇ ਨਾਲ ਸਵਾਰਿਆ। ਜਿਵੇਂ ਹੰਸਾ ਅਵਤਾਰ ਤੋਂ ਚਿੱਟਾ ਰੰਗ ਲੈ ਲੈਂਦੇ, ਰਾਮਚੰਦਰ ਅਵਤਾਰ ਤੋਂ ਲਾਲ ਰੰਗ ਮੰਨਿਆ ਜਾਂਦਾ, ਭਗਵਾਨ ਕ੍ਰਿਸ਼ਨ ਜੀਆਂ ਤੋਂ ਪੀਲਾ ਰੰਗ, ਅਤੇ ਇਸੇ ਤਰ੍ਹਾਂ ਕਲਕੀ ਅਵਤਾਰ ਤੋਂ ਕਾਲਾ ਰੰਗ। ਇਹ ਰੰਗਾਂ ਦੀ ਬਣਤਰ ਜਿਹੜੀ ਹੈ ਵਿਦਵਾਨਾਂ ਨੇ ਲਿਖੀ ਹੈ। ਕਹਿਣ ਤੋਂ ਭਾਵ ਵੀ ਕਈ ਤਰ੍ਹਾਂ ਦੇ ਇਹ ਰੇਸ਼ਮ ਦੇ ਬਸਤਰੇ ਜੋੜ ਕੇ ਸੋਹਣੀ ਚੋਲੀ ਬਣਾਈ ਹੈ। ਇਹ ਜਿਨ੍ਹਾਂ ਨੂੰ ਨਾਮ ਦਾ ਰੰਗ ਲੱਗਾ ਹੈ, ਉਹਨਾਂ ਨੇ ਸਰੀਰ ਰੂਪੀ ਕੱਪੜੇ, ਸਰੀਰ ਦੇ ਉੱਪਰ ਭਗਤੀ ਰੂਪੀ ਚੋਲੀ ਨੂੰ ਪਹਿਨਣਾ ਕੀਤਾ ਹੈ। ਹਰ ਪਾਟ ਲੱਗਾ ਦਿਖਾਈ, ਬਹੁ ਬਹੁ ਬਿਦ ਭਾਤ ਕਰ। ਅੱਛਾ ਕਹਿਣ ਲੱਗੇ ਜਿਹੜੀ ਇਹ ਈਸ਼ਵਰੀ ਪੂਜਾ ਕਰਨੀ ਹੈ, ਦੇਵਤਿਆਂ ਦੀ ਪੂਜਾ ਕਰਨੀ, ਇਸੇ ਤਰ੍ਹਾਂ ਕਿਸੇ ਹੋਰ ਸਾਧੂ ਸੰਤ ਦੀ ਪੂਜਾ ਕਰਨੀ, ਇਹ ਮਹਾਰਾਜ ਕਹਿਣ ਲੱਗੇ ਵੀ ਬਹੁਤ ਸੋਹਣਾ ਇੱਥੇ ਸਿਤਾਰਾ ਲੱਗਾ ਹੋਇਆ, ਬੜੀ ਸੋਹਣੀ ਇੱਥੇ ਕਢਾਈ ਕੀਤੀ ਹੋਈ ਹੈ। ਇਸੇ ਤਰ੍ਹਾਂ ਬਹੁ ਬਹੁ ਬਿਦ ਭਾਤ ਕਰ, ਕਈ ਕਈ ਤਰੀਕਿਆਂ ਦੀ ਸੁੰਦਰ ਕਢਾਈ। ਇਹ ਸਰੀਰ ਰੂਪੀ ਜਿਹੜਾ ਸਾਡਾ ਇਹ ਸਰੀਰ ਹੈ ਨਾ, ਇਹਦੇ ਉੱਪਰ ਭਗਤੀ ਰੂਪੀ ਜਿਹੜੀ ਚੋਲੀ ਪਾਈ ਹੈ, ਇਹਦੇ ਉੱਪਰ ਇਹ ਬੜੀ ਸੋਹਣੀ ਕਢਾਈ ਕੀ ਕੀਤੀ ਹੈ। ਜੋ ਉਪਾਸਨਾ ਕਰਨੀ ਹੈ, ਜੋ ਮੰਨਤਾ ਮੰਨਣੀ ਹੈ, ਜੋ ਸੇਵਾ ਕਰਨੀ ਹੈ, ਇਸੇ ਤਰ੍ਹਾਂ ਇਹ ਜਿੰਨੇ ਵੀ ਸ਼ੁਭ ਕਰਮ ਕਰਨੇ ਨੇ, ਇਹ ਮੰਨ ਲਓ ਵੀ ਸੋਹਣੀ ਕਢਾਈ, ਸੋਹਣਾ ਧਾਗਾ ਇਹਦੇ ਉੱਪਰ ਸੀਤਾ ਹੋਇਆ ਹੈ। ਐਸੀਆਂ ਬਖਸ਼ਿਸ਼ਾਂ ਹਨ। ਕੋਈ ਬੂਝੈ ਬੂਝਣ ਹਾਰਾ, ਅੰਤਰ ਵਿਵੇਕ ਕਰ। ਅੰਦਰ ਵਿਵੇਕ ਗਿਆਨ ਹੈ, ਬੁੱਝਣ ਵਾਲਾ ਗੁਰੂ ਤੋਂ ਬੁੱਝ ਲੈਂਦਾ ਹੈ। ਸੋ ਬੂਝੇ ਹੋ ਵਿਵੇਕ, ਜਿਸ ਬੁਝਾਏ ਆਪ ਹਰ। ਸਤਿਗੁਰੂ ਕਿਰਪਾ ਕਰਕੇ ਬੁਝਾਰਤ ਬੁਝਾ ਦਿੰਦੇ ਹੋ, ਇਸ ਗਿਆਨ ਨੂੰ ਬੁੱਝਦਾ ਹੈ। ਜਾਂ ਨਾਨਕ ਕਹੇ ਵਿਚਾਰਾ, ਗੁਰਮੁਖ ਹਰ ਸਤ ਹਰ। ਅਰਦਾਸ ਪਾਤਸ਼ਾਹ ਕਹਿਣ ਲੱਗੇ ਅਸੀਂ ਇਹ ਵਿਚਾਰ ਕੇ ਗੱਲ ਕਹਿੰਦੇ ਹਾਂ, ਪਰਮਾਤਮਾ ਹਰ ਵੇਲੇ ਸਤ ਹੈ, ਹਰ ਵੇਲੇ ਸਤ ਹੈ, ਹਰ ਵੇਲੇ ਸਤ ਹੈ।